सुकहो टल गुर सेविया अहनस सहज सुभाय। दर्शन बरसया गुरु का जन्म मरण दुख दाय। वाहिगुरु जी राग सोरठ बाणी भगत नाम देव जी की घर दूजा इकू ओंकार सतगुर प्रसाद। जब देखा तब गवा तो डन धीरज पावा। जब देखा तब गावा तो डन धीरज पावा। नाद समाए लो रे सतगुर भेट देवा। रहाओ जै झल मिल कार दिसंता है अनहद शब्द बजंता। ज्योति ज्योत समानी मैं गुर प्रसादी जानी। रतन कमल कोठरी चमकार बीजल तही। नीरा नाही दूरा निज आत्म रहया प्रभुरा। जय अनहत सूर्य उजारा सह दीपक जल संसारा। गुर प्रसादी जानिया जन नामा सहज समानिया। गुर प्रसादी जानिया जन नामा सहज समानिया। वाहिगुरु जी का खालसा वाहिगुरु जी की फतेह। वाहिगुरु साहिब जी। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। हर सिमरत मन तन सुखी बिनसी दुतिया सोच। नानक टेक गोपाल की गोविंद संकट मोच। बाणी गुरु गुरु है बाणी विच बाणी अमृत सारे। गुर बाणी कह सेवक जन माना प्रतख गुरु नित तारे। गगन गमामा बाजियो परेओ निशाना घाओ।
जो मांड्यो सूरमा, अब जूझन को दाओ। जो तो प्रेम खेलन का चाओ, सिर धर तली गली मेरी आओ। इत मार्ग पैर तरीजै, सिर दीजै कान ना कीजै। क्या जाना किव मरहेंगे, कैसा मरना होए। जेकर साहिब मन हो ना विसरै, तां सहला मरना होए। कोट पराध हमारे खंडह, अनक विधि समझावह। हम अज्ञान अल्प मत थोरी, तुम आपन बिरद रखावह। हम अज्ञान अल्प मत थोरी, तुम आपन बिरद रखावहो। जुगो जुग अटल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਮੁਖ ਪਿਆਰੇ ਸਤ ਸੰਗੀ ਜਨੋ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੈ, ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਹਜ਼ੂਰੀ ਅੰਦਰ ਜੁੜ ਬੈਠ ਕੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਰਸ ਪ੍ਰਾਪਤ ਕਰ ਰਹੇ ਸੀ। ਮਨੁੱਖਤਾ ਦੇ ਭਲੇ ਲਈ ਹਜ਼ੂਰ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਚੱਲ ਰਹੀ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚੋਂ ਅੱਜ ਦਾ ਆਪ ਜੀਆਂ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਉਪਦੇਸ਼ ਸਰਵਣ ਕੀਤਾ ਹੈ। ਅੱਜ ਦਾ ਇਹ ਅੰਮ੍ਰਿਤਮਈ ਪਵਿੱਤਰ ਸ਼ਬਦ ਸੋਰਠ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦੀ ਰਸਨਾ ਦੁਆਰਾ ਉਚਾਰਨ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 656 ਦੇ ਉੱਪਰ ਸ਼ਸ਼ੋਭਤ ਹੈ। ਅੱਜ ਦੇ ਇਸ ਪਵਿੱਤਰ ਉਪਦੇਸ਼ ਦੇ ਵਿੱਚ ਭਗਤ ਨਾਮਦੇਵ ਜੀ ਨੇ ਇੱਕ ਬੜਾ ਪਿਆਰਾ ਸਾਡੇ ਜੀਵਨ ਦਾ ਅਹਿਮ ਸਿਧਾਂਤ ਅੱਜ ਸਾਡੀ ਸਮਝ ਦੀ ਝੋਲੀ ਦੇ ਵਿੱਚ ਬਖਸ਼ਿਆ ਹੈ। ਰਹਾਉ ਦੀਆਂ ਪੰਗਤੀਆਂ, ਇਹ ਭਗਤ ਨਾਮਦੇਵ ਜੀ ਦਾ ਸੋਰਠ ਰਾਗ ਦੇ ਵਿੱਚ ਪਹਿਲਾ ਸ਼ਬਦ ਹੈ। ਦੂਸਰੇ ਘਰ ਦੇ ਵਿੱਚ ਗਾਇਨ ਕਰਨ ਦੇ ਲਈ ਹਦਾਇਤ ਹੈ। ਤੇ ਰਹਾਉ ਦੀ ਪੰਗਤੀ, ਨਾਦ ਸਮਾਇਲੋ ਰੇ ਸਤਗੁਰ ਭੇਟ ਲੈ ਦੇਵਾ। ਮੇਰੇ ਮਾਲਕ ਵਾਹਿਗੁਰੂ ਪ੍ਰਮਾਤਮਾ ਦੀ ਅੱਜ ਬਖਸ਼ਿਸ਼ ਕਿਰਪਾ ਹੋ ਗਈ ਕਿ ਮੈਨੂੰ ਸਤਿਗੁਰੂ ਦਾ ਮਿਲਾਪ ਹੋ ਗਿਆ ਹੈ। ਅੱਜ ਸਤਿਗੁਰੂ ਜੀ ਦਾ ਭੇਟਲੇ ਦਾ ਅਰਥ ਹੈ ਮਿਲਾਪ, ਮੇਲ ਜੋਲ, ਭੇਟ ਹੋਣੀ। ਆਪਾਂ ਕਹਿ ਦਿੰਦੇ ਆ ਨਾ, ਫਲਾਣੇ ਮਨੁੱਖ ਦੀ ਉੱਥੇ ਭੇਟ ਹੋਈ, ਮੇਲ ਜੋਲ ਮਿਲਾਪ ਹੋਇਆ। ਮੇਰੇ ਮਾਲਕ ਦੀ ਬੜੀ ਬਖਸ਼ਿਸ਼, ਬੜੀ ਰਹਿਮਤ ਕਿਰਪਾ ਹੈ ਕਿ ਮੈਨੂੰ ਸਤਿਗੁਰੂ ਜੀ ਦਾ ਮਿਲਾਪ ਪ੍ਰਾਪਤ ਹੋਇਆ ਹੈ। ਨਾਦ ਸਮਾਇਲੋ ਰੇ, ਜਦੋਂ ਸਤਿਗੁਰੂ ਜੀ ਦਾ ਮਿਲਾਪ ਹਾਸਲ ਹੋਇਆ,
ਉਦੋਂ ਤੋਂ ਮੇਰਾ ਮਨ, ਮੇਰਾ ਜੀਵਨ ਗੁਰੂ ਸ਼ਬਦ ਦੇ ਨਾਲ ਇੱਕਮਿਕ ਹੋ ਗਿਆ ਹੈ। ਸਮਾਇ ਲਿਓ ਦਾ ਅਰਥ ਹੈ ਸਮਾ ਜਾਣਾ, ਇੱਕਮਿਕਤਾ, ਅਭੇਦ ਹੋ ਜਾਣਾ, ਇੱਕਮਿਕ ਹੋ ਜਾਣਾ। ਸਤਿਗੁਰੂ ਜੀ ਬਖਸ਼ਿਸ਼ ਕਰਨ। ਫਿਰ ਦੁਹਰਾਵਾਂ, ਕਿਉਂਕਿ ਸਮੁੱਚਾ ਸ਼ਬਦ ਇਸੇ ਪੰਕਤੀ ਦੀ ਵਿਆਖਿਆ ਕਹਿ ਲਈਏ ਜਾਂ ਇਸ ਸਿਧਾਂਤ ਨੂੰ ਖੋਲ੍ਹ ਰਿਹਾ ਹੈ। ਭਗਤ ਨਾਮਦੇਵ ਜੀ ਦੇ ਬੜੇ ਪਿਆਰੇ ਬਚਨ, ਨਾਦ ਸਮਾਇਲੋ ਰੇ। ਨਾਦ ਦਾ ਅਰਥ ਹੈ ਆਵਾਜ਼, ਸ਼ਬਦ। ਸਤਿਗੁਰ ਭੇਟ ਲੈ ਦੇਵਾ। ਮੇਰੇ ਦੇਵਾ, ਮੇਰੇ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼, ਕਿਰਪਾ, ਰਹਿਮਤ ਹੋ ਗਈ ਅੱਜ ਕਿ ਵਾਹਿਗੁਰੂ ਜੀ ਨੇ, ਆਪਾਂ ਇੱਕ ਬੜਾ ਪਿਆਰਾ ਬਚਨ ਪੜ੍ਹਦੇ ਹਾਂ ਸੁਖਮਨੀ ਸਾਹਿਬ ਜੀ ਦੇ ਅੰਦਰ। ਸ਼ਲੋਕ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ। ਗੁਰੂ ਨੇ ਗਿਆਨ ਦਾ ਸੁਰਮਾ ਦਿੱਤਾ, ਅਗਿਆਨਤਾ ਦੇ ਅੰਧੇਰੇ ਦਾ ਖਾਤਮਾ ਹੋ ਗਿਆ। ਜਿਸ ਗੁਰੂ ਦੇ ਗਿਆਨ ਦੇ ਸੁਰਮੇ ਨੇ ਅੰਧੇਰੇ ਦਾ ਖਾਤਮਾ ਕੀਤਾ ਹੈ, ਉਸ ਗੁਰੂ ਦਾ ਮਿਲਾਪ ਕਿਵੇਂ? ਹਰ ਕਿਰਪਾ ਤੇ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼, ਰਹਿਮਤ, ਕਿਰਪਾ ਦੇ ਨਾਲ ਸੰਤ ਭੇਟਿਆ। ਜਦੋਂ ਗੁਰੂ ਦਾ ਮਿਲਾਪ ਹੋਇਆ, ਨਾਨਕ ਮਨ ਪ੍ਰਗਾਸ। ਮਨ ਦੇ ਵਿੱਚ ਪ੍ਰਕਾਸ਼, ਪ੍ਰਕਾਸ਼ ਦਾ ਅਰਥ ਹੈ ਚਾਨਣ। ਅੱਜ ਅਗਿਆਨਤਾ ਦਾ ਅੰਧੇਰਾ ਮੇਰੇ ਮਨ ਦੇ ਵਿੱਚੋਂ ਖਤਮ ਹੋ ਗਿਆ। ਮਨ ਵਿੱਚੋਂ ਬੇਸਮਝੀ ਦਾ ਅੰਧੇਰਾ ਖਤਮ ਹੋ ਗਿਆ। ਆਪਾਂ ਹਜੂਰ ਪਿਤਾ ਜੀ ਦੇ ਬੜੇ ਪਿਆਰੇ ਬਚਨ ਪੜ੍ਹਦੇ ਹਾਂ, ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪ੍ਰਗਾਸਾ। ਜਦੋਂ ਜੀਵਨ ਦੇ ਵਿੱਚ ਪੂਰੇ ਗੁਰੂ ਦੇ ਨਾਲ ਮਿਲਾਪ ਹੋਇਆ, ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਦਾ ਅਰਥ ਆਪਾਂ ਕਰਾਂਗੇ ਸਮਝ ਆ ਗਈ। ਕੀ? ਕੋਏ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਪਤਾ ਲੱਗ ਗਿਆ ਮੇਰੇ ਮਾਲਕ ਤੋਂ ਬਗੈਰ, ਮੇਰੇ ਗੁਰੂ ਤੋਂ ਬਗੈਰ ਕੋਈ ਦੂਸਰਾ ਹੋਰ ਨਹੀਂ ਬਹੋੜੀ ਕਰਨ ਵਾਲਾ। ਪਿਆਰਿਓ, ਆਹ ਜਿਹੜੇ ਦਿਨ ਚੱਲ ਰਹੇ ਨੇ ਨਾ, ਆਪਾਂ ਸਭ ਜਾਣਦੇ ਹਾਂ ਸ਼ਹਾਦਤਾਂ ਦੇ ਨਾਲ ਅਹਿਮ ਸੰਬੰਧ ਰੱਖਦੇ ਨੇ। ਮੈਂ ਕਈ ਵਾਰ ਬੇਨਤੀ ਕੀਤੀ ਹੈ, ਇਹ ਦਿਨ ਉਹ ਨੇ ਜਦੋਂ ਜ਼ੁਲਮ ਦਾ ਵੀ ਸਿਖਰ ਤੇ ਸਬਰ ਦਾ ਵੀ ਸਿਖਰ ਸਾਨੂੰ ਇਤਿਹਾਸ ਦੇ ਪੰਨਿਆਂ ਚੋਂ ਲੱਭਿਆ। ਮੈਂ ਪੜ੍ਹ ਰਿਹਾ ਸੀ ਇਹਨਾਂ ਦਿਹਾੜਿਆਂ ਦੇ ਨਾਲ ਸੰਬੰਧਿਤ ਇਤਿਹਾਸ। ਇੱਕ ਐਸੀ ਘਟਨਾ ਪੜ੍ਹੀ, ਜਦੋਂ ਮੈਂ ਗੌਰ ਨਾਲ ਉਸ ਘਟਨਾ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਸਤ ਕਰਕੇ ਜਾਣਿਓ ਮੇਰੀ ਅੱਖਾਂ 'ਚ ਪਾਣੀ ਆ ਗਿਆ। ਵਿਦਵਾਨ ਲਿਖਦੇ ਨੇ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ 6-7 ਮਹੀਨੇ ਦੁਸ਼ਮਣ ਨੇ ਘੇਰਾ ਪਾ ਛੱਡਿਆ। ਦੁਸ਼ਮਣ ਅੰਨ ਦਾ ਦਾਣਾ ਅੰਦਰ ਨਹੀਂ ਜਾਣ ਦੇ ਰਿਹਾ। ਇੱਥੋਂ ਤੱਕ ਸਤਲੁਜ ਦਰਿਆ ਦੇ ਵਿੱਚੋਂ ਜੇ ਹੋਵੇਗਾ, ਆਪਾਂ ਸਭ ਜਾਣਦੇ ਹਾਂ, ਜਾਨਵਰ ਦੇ ਵਿੱਚ ਮਨੁੱਖ ਦੇ ਨਾਲੋਂ ਕਈ ਗੁਣਾ ਜ਼ਿਆਦਾ ਜਰਨ ਸ਼ਕਤੀ ਹੁੰਦੀ ਹੈ। ਹਾਥੀਆਂ ਵਰਗੇ ਜਾਨਵਰ ਨਹੀਂ ਉੱਥੇ ਭੁੱਖ ਦਾ ਦੁੱਖ ਜਰ ਸਕੇ, ਆਮ ਇਨਸਾਨ ਦੀ ਹਾਲਤ ਕੀ ਬਣੀ ਹੋਵੇਗੀ। ਮੈਂ ਕੋਸ਼ਿਸ਼ ਕੀਤੀ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਪੜ੍ਹਾਂ। ਪਿਆਰਿਓ, ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਪੜ੍ਹਿਆ, ਮੈਂ ਹੈਰਾਨ ਹੋ ਗਿਆ। ਅਨੰਦਪੁਰ ਸਾਹਿਬ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਵਸਾਇਆ ਹੈ। ਤੇ ਸਤਿਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਅੰਦਰ ਕੇਵਲ ਇਕੱਲੇ ਸਿੱਖ ਹੀ ਨਹੀਂ, ਬਲਕਿ ਹਰ ਕੌਮ, ਹਰ ਮਜ਼ਹਬ, ਹਰ ਤਰ੍ਹਾਂ ਦੀ ਕਿਰਤ ਕਰਨ ਵਾਲਾ ਇਨਸਾਨ ਵਸਾਇਆ ਹੈ। ਉੱਥੇ ਦੁਕਾਨਾਂ ਕਰਨ ਵਾਲੇ ਬਾਣੀਏ ਵਸਦੇ ਨੇ, ਉੱਥੇ ਵਪਾਰ ਕਰਨ ਵਾਲੇ ਸੌਦਾਗਰਾਂ ਨੂੰ ਵਸਾਇਆ ਹੈ। ਉੱਥੇ ਉੱਚੀ ਜਾਤ ਦੇ ਹੰਕਾਰੇ ਹੋਏ ਉਸ ਸਮੇਂ ਦੇ ਲੋਕਾਂ ਵੱਲੋਂ ਠੁਕਰਾਏ ਹੋਏ, ਜਿਨ੍ਹਾਂ ਨੂੰ ਧਰਮ ਸਥਾਨਾਂ ਤੇ ਕਦਮ ਨਹੀਂ ਸੀ ਧਰਨ ਦਿੱਤਾ ਜਾਂਦਾ, ਜਿਹੜੇ ਕਿਤੇ ਅੱਖਾਂ ਦੇ ਨਾਲ ਇਸ਼ਟ ਦੇਵ ਦੇ ਦਰਸ਼ਨ ਕਰ ਲੈਣ ਤੇ ਸਲਾਈਆਂ ਮਾਰ ਕੇ ਅੰਨ੍ਹਿਆ ਕਰ ਦਿੱਤਾ ਜਾਂਦਾ ਸੀ, ਜਿਹੜੇ ਧਾਰਮਿਕ ਗ੍ਰੰਥਾਂ ਨੂੰ ਸੁਣ ਲੈਣ ਤੇ ਕੰਨਾਂ 'ਚ ਸਿੱਕਾ ਢਾਲ ਦਿੱਤਾ ਜਾਂਦਾ ਸੀ, ਜਿਹੜੇ ਰਾਹ ਤੇ ਚੱਲਦੇ ਸੀ ਤੇ ਉਹਨਾਂ ਦੇ ਪਿਛਾੜੀ ਕੱਪੜਿਆਂ ਦੇ ਨਾਲ ਝਾੜੀਆਂ ਬੰਨ੍ਹੀਆਂ ਜਾਂਦੀਆਂ ਸੀ,
ਤਾਂ ਕਿ ਜਦੋਂ ਚੱਲਦੇ ਨੇ ਇਹਨਾਂ ਦੇ ਪੈਰਾਂ ਦੇ ਨਿਸ਼ਾਨ ਮਿਟਦੇ ਜਾਣ, ਨਾਲੋਂ ਨਾਲ ਕਿਤੇ ਅਜਿਹਾ ਨਾ ਹੋਵੇ ਇਹਨਾਂ ਦੇ ਪੈਰਾਂ ਦੇ ਨਿਸ਼ਾਨ ਦੇ ਉੱਤੇ ਕਿਤੇ ਉੱਚੀ ਜਾਤ ਵਾਲੇ ਦੇ ਪੈਰ ਆ ਜਾਣ। ਇੰਨੀ ਨਫ਼ਰਤ ਕੀਤੀ ਜਾਂਦੀ ਸੀ। ਸ਼ੂਦਰ ਕਹਿ ਕੇ ਜਿਨ੍ਹਾਂ ਨੂੰ ਦੁਰਕਾਰ ਦਿੱਤਾ ਜਾਂਦਾ ਸੀ, ਉਹ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਸਤਿਗੁਰੂ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਗਰੀਬਾਂ ਨੂੰ ਆਪ ਘਰ ਬਣਾ ਕੇ ਵਸਣ ਲਈ ਦਿੱਤੇ। ਮੈਂ ਜਦੋਂ ਇਤਿਹਾਸ ਪੜ੍ਹ ਰਿਹਾ ਸੀ ਨਾ, ਮੈਂ ਕੋਸ਼ਿਸ਼ ਕੀਤੀ ਇਸ ਇਤਿਹਾਸ ਦੇ ਪੰਨੇ ਚੋਂ ਵੇਖਾਂ। ਹਾਥੀਆਂ ਵਰਗੇ ਜਾਨਵਰ ਭੁੱਖ ਦਾ ਦੁੱਖ ਨਹੀਂ ਜਰ ਸਕੇ, ਤੜਪ ਤੜਪ ਕੇ ਮਰ ਗਏ। ਆਹ ਜਿਹੜੇ ਅਨੰਦਪੁਰ ਸਾਹਿਬ ਦੇ ਅੰਦਰ ਵਸਨੀਕ ਵਸਦੇ ਸੀ, ਵਸਨੀਕ ਜਿਨ੍ਹਾਂ ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵਕਤ ਤੋਂ ਵਸਾਇਆ ਗਿਆ ਹੈ, ਕਹਿਰ ਤੇ ਇਹਨਾਂ ਦੇ ਉੱਤੇ ਵੀ ਬੜਾ ਗੁਜ਼ਰਿਆ ਹੋਵੇਗਾ। ਇਹਨਾਂ ਚੋਂ ਕੋਈ ਐਸਾ ਹੋਇਆ ਜਿਨਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕੋਲ ਆ ਕੇ ਕਿਹਾ ਹੋਵੇ, ਗੁਰੂ ਜੀ ਤੁਹਾਡੀ ਤੇ ਕੋਈ ਪਹਾੜੀ ਰਾਜਿਆਂ ਨਾਲ ਦੁਸ਼ਮਣੀ ਹੋਵੇਗੀ, ਤੁਰਕਾਂ ਨਾਲ ਕੋਈ ਦੁਸ਼ਮਣੀ ਹੋਵੇਗੀ, ਤੁਸੀਂ ਤੇ ਦਿੱਤੇ ਦੁੱਖ ਝੱਲਣੇ, ਅਸੀਂ ਆਪਣੇ ਪਰਿਵਾਰ ਕਿਉਂ ਮਰਵਾਈਏ, ਅਸੀਂ ਤੇ ਛੱਡ ਕੇ ਚੱਲੇ। ਪਿਆਰਿਓ, 1 2 4 ਦਿਨ ਦੀ ਗੱਲ ਨਹੀਂ, ਮਹੀਨਿਆਂ ਬੱਧੀ ਇਹ ਉੱਥੇ ਸਾਕਾ ਵਰਤਿਆ ਜਿਹੜੇ ਦਿਹਾੜੇ ਆਪਾਂ ਮਨਾ ਰਹੇ ਹਾਂ। ਉੱਥੇ ਕਈਆਂ ਦੀਆਂ ਮਾਵਾਂ ਕਹਿੰਦੀਆਂ ਹੋਣਗੀਆਂ, ਬੱਚਿਆ ਜਦੋਂ ਤੂੰ ਪੈਦਾ ਹੋਇਆ ਸੀ ਨਾ, ਆਪਣੇ ਖੂਨ ਦਾ ਦੁੱਧ ਬਣਾ ਕੇ ਪਿਲਾ ਕੇ ਤੇਰੀ ਭੁੱਖ ਮਿਟਾਉਂਦੀ ਰਹੀ ਆ। ਬੱਚਿਆ ਅੱਜ ਮੈਨੂੰ ਭੁੱਖ ਲੱਗੀ, ਕਿਤੇ ਰੋਟੀ ਦਾ ਪ੍ਰਬੰਧ ਕਰ। ਮੈਂ ਬੇਨਤੀ ਕਰਾਂ, ਉਸ ਬੱਚੇ ਦਾ ਦਿਲ ਜਾਣਦਾ ਕੀ ਬੀਤਦੀ ਹੋਵੇਗੀ ਜਿਹਦੀ ਮਾਂ ਰੋਟੀ ਦੇ ਟੁੱਕ ਲਈ ਵਿਲਕਦੀ ਹੋਵੇਗੀ। ਉੱਥੇ ਕਈਆਂ ਦੇ ਬਾਪ ਕਹਿੰਦੇ ਹੋਣਗੇ, ਬੱਚਿਆ ਮੈਂ ਖੂਨ ਪਸੀਨਾ ਇੱਕ ਕਰਕੇ ਆਪ ਭੁੱਖਿਆ ਰਹਿ ਰਹਿ ਕੇ ਤੇਰੇ ਮੂੰਹ 'ਚ ਰੋਟੀ ਦੀਆਂ ਬੁਰਕੀਆਂ ਪਾ ਕੇ ਖੁਸ਼ ਹੁੰਦਾ ਰਿਹਾ। ਬੱਚਿਆ ਅੱਜ ਮੈਨੂੰ ਭੁੱਖ ਲੱਗੀ, ਕਿਤੇ ਰੋਟੀ ਦੇ ਟੁੱਕ ਦਾ ਪ੍ਰਬੰਧ ਕਰ। ਮੈਂ ਬੇਨਤੀ ਕਰਾਂ, ਉਸ ਬੱਚੇ ਦਾ ਦਿਲ ਜਾਣਦਾ ਕੀ ਬੀਤਦੀ ਹੋਵੇਗੀ ਜਿਹਦਾ ਬਾਪ ਰੋਟੀ ਦੇ ਟੁੱਕ ਲਈ ਵਿਲਕਦਾ ਹੋਵੇਗਾ। ਪਿਆਰਿਓ, 6-7 ਮਹੀਨੇ ਦਾ ਵਕਤ ਬਹੁਤ ਹੈ। ਉੱਥੇ ਕਈਆਂ ਮਾਵਾਂ ਦੀਆਂ ਕੁੱਖਾਂ 'ਚੋਂ ਬੱਚਿਆਂ ਨੇ ਜਨਮ ਲਿਆ ਹੋਵੇਗਾ। ਮਾਂ ਨੂੰ ਤੇ ਖਾਣ ਦੇ ਲਈ ਅੰਨ ਦਾ ਦਾਣਾ ਨਸੀਬ ਨਹੀਂ ਹੋ ਰਿਹਾ, ਤੇ ਬੱਚੇ ਨੂੰ ਫਿਰ ਭੋਜਨ ਖੁਰਾਕ ਕਿੱਥੋਂ? ਉੱਥੇ ਕਈਆਂ ਮਾਵਾਂ ਦੀਆਂ ਗੋਦੀਆਂ ਦੇ ਵਿੱਚ ਬੱਚੇ ਭੁੱਖ ਦੇ ਨਾਲ ਵਿਲਕ ਵਿਲਕ ਕੇ ਖਤਮ ਹੋ ਗਏ ਹੋਣਗੇ। ਮੈਂ ਕਈ ਵਾਰ ਸੋਚ ਕੇ ਹੈਰਾਨ ਹੁੰਨਾ, ਸਾਨੂੰ 1 ਸਾਲ ਕਿਤੇ ਕਿਸੇ ਕਾਰੋਬਾਰ 'ਚ ਘਾਟਾ ਪੈ ਜਾਏ ਨਾ, ਸਾਨੂੰ 1 ਸਾਲ ਕਿਤੇ ਫਸਲ 'ਚ ਘਾਟਾ ਪੈ ਜਾਏ, ਗੁਰੂ ਪਰਮਾਤਮਾ ਨਾਲ ਲੱਖ ਸ਼ਿਕਵੇ ਤੇ ਤਾਨੇ ਮਿਹਣੇ ਤੇ ਪਤਾ ਨਹੀਂ ਕਿਹੜੇ ਪਾਸੇ ਨੂੰ ਤੁਰ ਪੈਂਦੇ ਆ। ਪਿਆਰਿਓ, ਜਦੋਂ ਕਿ ਸਾਡਾ 1 ਸਾਲ ਦਾ ਕਾਰੋਬਾਰ ਦਾ ਘਾਟਾ, ਸਾਡਾ 1 ਸਾਲ ਦਾ ਫਸਲ ਦਾ ਘਾਟਾ, ਉਦਮ ਕਰਕੇ ਨੇਕ ਨੀਤੀ ਨਾਲ ਮਿਹਨਤ ਕਰ ਲਈਏ, ਅਗਲੇ ਸਾਲ ਮੁਨਾਫੇ ਵਿੱਚ ਬਦਲ ਸਕਦਾ ਹੈ। ਪਰ ਜਿਸ ਮਾਂ ਦੀ ਗੋਦ ਦੇ ਵਿੱਚ ਉਹਦਾ ਬੱਚਾ ਖਤਮ ਹੋ ਗਿਆ ਹੋਵੇਗਾ, ਉੱਥੇ ਉਸ ਮਾਂ ਦੇ ਜੀਵਨ ਦਾ ਘਾਟਾ ਕੋਈ ਪੂਰਾ ਨਹੀਂ ਕਰ ਸਕਦਾ। ਮੈਂ ਹੈਰਾਨ ਸੀ ਜਦੋਂ ਇਤਿਹਾਸ ਦਾ ਪੰਨਾ ਪੜ੍ਹਿਆ। ਇਹਨਾਂ ਲੋਕਾਂ ਨੇ ਇੰਨੇ ਵੱਡੇ ਘਾਟੇ ਜਰ ਲਏ, ਇੰਨੇ ਵੱਡੇ ਕਹਿਰ ਇਹਨਾਂ ਲੋਕਾਂ ਦੇ ਉੱਤੇ ਗੁਜ਼ਰੇ, ਇਹਨਾਂ ਹੰਢਾ ਲਏ, ਪਰ ਕਾਰਨ ਕੀ? ਇਹਨਾਂ ਨੇ ਗੁਰੂ ਨਾਲ ਸ਼ਿਕਵਾ ਕਿਉਂ ਨਾ ਕੀਤਾ? ਇਹਨਾਂ ਨੇ ਗੁਰੂ ਨਾਲ ਕੋਈ ਤਾਨਾ ਮਿਹਣਾ ਕਿਉਂ ਨਾ ਕੀਤਾ? ਗੁਰੂ ਕਿਰਪਾ ਕਰੇ ਸਾਡੇ ਤੇ ਕਿਤੇ ਕੋਈ ਦੁੱਖ ਐਸਾ ਆ ਜੇ, 4 ਦਿਨ ਨਾ ਜਾਵੇ, ਪਤਾ ਨਹੀਂ ਕੀ ਸ਼ਿਕਵੇ ਤੇ ਤਾਨੇ ਮਿਹਣੇ, ਪਤਾ ਨਹੀਂ ਕਿਹੜੇ ਜਨਮ ਦਾ ਰੱਬ ਨੇ ਵੈਰ ਸਾਡੇ ਕੋਲੋਂ ਲਿਆ ਹੈ। ਗਲਤੀ ਸਾਡੀ ਦੇ ਕਾਰਨ ਕਿਤੇ ਸਾਡੇ ਉੱਪਰ ਕੋਈ ਵਿਪਤਾ ਬਣ ਜਾਵੇ, ਅਸੀਂ ਉੱਥੇ ਵੀ ਦੋਸ਼ੀ ਸਤਿਗੁਰੂ ਪਰਮਾਤਮਾ ਨੂੰ ਬਣਾਉਂਦੇ ਆ। ਪਿਆਰਿਓ, ਜਿਨ੍ਹਾਂ ਦੇ ਉੱਤੇ ਤਨ ਦੇ ਉੱਤੇ ਮਹੀਨਿਆਂ ਬੱਧੀ ਕਹਿਰ ਗੁਜ਼ਰੇ, ਉਹਨਾਂ ਦੀ ਜ਼ਬਾਨ 'ਚ ਇੱਕ ਵੀ ਸ਼ਿਕਵੇ ਦਾ ਬੋਲ ਨਹੀਂ ਨਿਕਲਿਆ ਗੁਰੂ ਸਾਹਿਬਾਂ ਦੇ ਪ੍ਰਤੀ। ਕਾਰਨ ਕੀ? ਪਿਆਰੇ, ਜੋ ਮੈਂ ਉਹਨਾਂ ਦੇ ਇਤਿਹਾਸ ਦੇ ਵਿੱਚੋਂ ਤੱਤ ਮਹਿਸੂਸ ਕੀਤਾ ਹੈ, ਉਹਨਾਂ ਲੋਕਾਂ ਨੂੰ ਪਤਾ ਸੀ, ਉੱਥੋਂ ਦੇ ਵਸਣ ਵਾਲੇ ਵਸਨੀਕਾਂ, ਕਿ ਜਦੋਂ ਸਾਡੀ ਕਿਸੇ ਨੇ ਬਾਹ ਨਹੀਂ ਸੀ ਨਾ ਪਕੜੀ, ਉਦੋਂ ਧੰਨ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨਾਂ ਵਿੱਚ ਵਸਣ ਲਈ ਥਾਂ ਦਿੱਤੀ ਸੀ ਸਾਨੂੰ। ਇਸ ਗੁਰੂ ਦੀ ਆਨੰਦਪੁਰੀ 'ਚ ਜ਼ਿੰਦਗੀ ਦਾ ਹਰ ਆਨੰਦ ਭੋਗਿਆ ਹੈ। ਇਸ ਗੁਰੂ ਦੀ ਆਨੰਦਪੁਰੀ ਵਿੱਚ ਜੀਵਨ ਦੀ ਹਰ ਖੁਸ਼ੀ ਭੋਗੀ ਹੈ। ਜਿਹੜੇ ਗੁਰੂ ਦੀ ਆਨੰਦਪੁਰੀ ਵਿੱਚ ਰਹਿ ਕੇ, ਗੁਰੂ ਦੇ ਚਰਨਾਂ ਵਿੱਚ ਰਹਿ ਕੇ
ਜ਼ਿੰਦਗੀ ਦੀਆਂ ਖੁਸ਼ੀਆਂ ਮਾਣਦੇ ਰਹੇ ਹਾਂ। ਅੱਜ ਉਸ ਗੁਰੂ ਤੇ ਵਕਤ ਆਇਆ ਹੈ, ਉਸ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਤੁਰ ਪਈਏ, ਫਿਰ ਸਾਡੇ ਵਰਗਾ ਵੀ ਕੋਈ ਗਿਰਿਆ ਹੋਇਆ ਤੇ ਅਕਿਰਤ ਘਣ ਇਨਸਾਨ ਹੋਵੇਗਾ। ਉਹ ਲੋਕ ਮਰਨੋਂ ਮਰ ਗਏ, ਗੁਰੂ ਦਾ ਲੜ ਛੱਡ ਕੇ, ਗੁਰੂ ਦਾ ਸਾਥ ਛੱਡ ਕੇ ਨਾ ਗਏ, ਕਿਉਂਕਿ ਉਹਨਾਂ ਦੇ ਅੰਦਰ ਅਹਿਸਾਸ ਸੀ ਇਹ ਮਾਲਕ ਦੀ ਬਖਸ਼ਿਸ਼ ਕਿਰਪਾ ਰਹਿਮਤ ਦੇ ਨਾਲ ਅੱਜ ਗੁਰੂ ਦਾ ਮਿਲਾਪ ਹੋਇਆ ਏ। ਇਸ ਗੁਰੂ ਨੂੰ ਛੱਡ ਕੇ ਹੁਣ ਕਿਹੜੇ ਪਾਸੇ ਜਾਈਏ। ਮੈਂ ਕਈ ਵਾਰ ਹੱਥ ਜੋੜ ਕੇ ਕਹਿੰਦਾ ਹੁੰਦਾ, ਸਤਿਗੁਰੂ ਅੱਜ ਝਾਤ ਮਾਰ ਕੇ ਦੇਖ, ਸਾਡੇ ਬੱਚੇ ਮਖਮਲੀ ਗੱਦਿਆਂ ਤੇ ਸੌਂਦੇ ਨੇ, ਸਾਡੇ ਬੱਚੇ ਪ੍ਰਸ਼ਾਦਾ ਛਕਣ ਲੱਗਿਆਂ ਅੱਧਾ ਝੂਠਾ ਛੱਡਦੇ ਨੇ, ਅਸੀਂ ਉਫ ਤੱਕ ਨਹੀਂ ਕਰਦੇ ਕਿਉਂਕਿ ਰਿਜ਼ਕ ਇੰਨਾ ਹੈ ਸਾਡੇ ਕੋਲ। ਪਰ ਸਾਡੇ ਜੀਵਨ ਵੱਲ ਝਾਤ ਮਾਰ ਕੇ ਦੇਖ, ਸਾਡੇ ਚੋਂ ਕਿਸੇ ਦੇ ਜੀਵਨ ਦਾ ਮੂੰਹ ਤੇਰੇ ਵੱਲ ਨਹੀਂ। ਚੰਦ ਗੁਰੂ ਦੇ ਲਾਲ ਹੋਣਗੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਕਿਤੇ ਗੁਰੂ ਦੀ ਸਿੱਖੀ, ਗੁਰੂ ਦੇ ਸਿਧਾਂਤਾਂ, ਗੁਰੂ ਦੇ ਉਪਦੇਸ਼ ਦਾ ਦੀਪਕ ਜਗਦਾ ਹੋਵੇਗਾ, ਜਿਨ੍ਹਾਂ ਦਾ ਜੀਵਨ ਗੁਰੂ ਨੂੰ ਸਮਰਪਣ ਹੋਵੇਗਾ, ਜਿਹੜੇ ਜਿਉਂਦੇ ਵੀ ਗੁਰੂ ਦੀ ਖਾਤਰ ਹੋਣਗੇ ਤੇ ਜਿਹੜੇ ਮਰਦੇ ਵੀ ਗੁਰੂ ਦੀ ਖਾਤਰ ਹੋਣਗੇ, ਜਿਨ੍ਹਾਂ ਦੇ ਅੰਦਰ ਅਹਿਸਾਸ ਹੋਵੇਗਾ ਗੁਰੂ ਸਾਹਿਬਾਨਾਂ ਦਾ, ਆਪਣੇ ਪੁਰਖਿਆਂ ਦਾ, ਕਿ ਸਾਡੇ ਪੁਰਖਿਆਂ ਨੇ ਕਿਹੜੀਆਂ ਕਿਹੜੀਆਂ ਘਾਲਣਾ ਘਾਲ ਕੇ ਸਾਨੂੰ ਇੱਜ਼ਤ ਬਖਸ਼ੀ ਤੇ ਸਾਨੂੰ ਆ ਸਿੱਖੀ ਬਖਸ਼ੀ, ਸਿੱਖੀ ਦੀ ਦਾਤ ਬਖਸ਼ੀ। ਮੈਂ ਕਈ ਵਾਰ ਹੈਰਾਨ ਹੁੰਦਾ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਮਾਣ ਆਪਣੇ ਜੀਵਨ ਦੇ ਵਿੱਚ ਯਾਦ ਹੀ ਨਹੀਂ ਰੱਖਿਆ। ਮੇਰੇ ਸਤਿਗੁਰੂ ਤੋਂ ਇੰਨਾ ਮਾਣ ਬਖਸ਼ਦਾ ਰਿਹਾ ਸਿੱਖਾਂ ਨੂੰ। ਮੈਂ ਪੜ੍ਹ ਰਿਹਾ ਸੀ ਚਮਕੌਰ ਦੀ ਗੜੀ ਦਾ ਜੰਗ, ਗੁਰੂ ਬਖਸ਼ਿਸ਼ ਕਰੇ 22 ਦਸੰਬਰ ਵਾਲਾ ਦਿਨ ਤੇ ਚਮਕੌਰ ਦੀ ਜੰਗ 22 ਦਸੰਬਰ ਵਾਲੇ ਦਿਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੋਨਾਂ ਸਾਹਿਬਜ਼ਾਦਿਆਂ ਨੇ ਜੰਗ ਲੜੀ। ਭਾਈ ਸਾਹਿਬ ਜੀ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਤਰੀਕੇ ਨਾਲ ਜੰਗ ਦੀ ਵਿਉਂਤ ਬਣਾਈ ਗਈ ਸੀ ਨਾ, ਕਿ ਕੁਝ ਗੁਰਸਿੱਖਾਂ ਦੇ ਜਥੇ ਆਪਾਂ ਮੈਦਾਨੇ ਜੰਗ ਵੱਲ ਤੋਰੀਏ, ਉਹਦੇ ਮੁਤਾਬਕ ਪਹਿਲਾ ਜਥਾ ਗਿਆ, ਕੁਝ ਸਮੇਂ ਬਾਅਦ ਸ਼ਹੀਦ ਹੋ ਗਿਆ। ਦੂਸਰਾ ਜਥਾ ਗਿਆ, ਉਹ ਵੀ ਕੁਝ ਸਮੇਂ ਬਾਅਦ ਸ਼ਹੀਦ ਹੋ ਗਿਆ ਹੈ। ਤੀਸਰਾ ਜਥਾ ਜੰਗ ਲੜ ਰਿਹਾ ਹੈ ਤੇ ਸਿਖਰ ਦੁਪਹਿਰਾ ਆ ਗਿਆ। ਸਤਿਗੁਰੂ ਜੀ ਡਬਲ ਸਟੋਰੀ ਵਾਲੇ ਉੱਥੇ ਅੰਦਰ ਮਕਾਨ ਸੀ ਇੱਕ, ਉਹਦੇ ਪਹਿਲੇ ਮਕਾਨ ਦੀ ਛੱਤ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਖੜੇ ਨੇ ਤੇ ਦੇਖ ਰਹੇ ਨੇ ਕਿਹੜੇ ਤਰੀਕੇ ਨਾਲ ਜੰਗ ਚੱਲ ਰਹੀ ਹੈ, ਜੰਗ ਲੜ ਰਹੇ ਨੇ ਗੁਰਸਿੱਖ। ਭਾਈ ਸਾਹਿਬ ਜੀ ਲਿਖਦੇ ਨੇ, ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਕੋਲ ਭਾਈ ਦਇਆ ਸਿੰਘ ਜੀ ਹੁਰੀ ਆਏ, ਹੱਥ ਜੋੜ ਕੇ ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ 2 ਜਥੇ ਗੁਰਸਿੱਖਾਂ ਦੇ ਸ਼ਹੀਦ ਹੋ ਚੁੱਕੇ ਨੇ, ਆ ਤੀਸਰਾ ਜਥਾ ਵੀ ਜੰਗ ਦੇ ਵਿੱਚ ਜੰਗ ਦੀ ਭੇਟ ਹੋ ਜਾਣਾ ਹੈ। ਦੁਸ਼ਮਣ ਦੀ ਤਾਦਾਦ ਬੜੀ ਹੈ, ਆਪਣੇ ਕੋਲ ਸਿੱਖ ਬੜੇ ਥੋੜੇ ਨੇ। ਸਤਿਗੁਰੂ ਅਸਾਂ ਸਾਰਿਆਂ ਨੇ ਵਿਚਾਰ ਕੀਤੀ ਹੈ, ਤੁਸੀਂ ਆਪਣੇ ਪੁੱਤਰਾਂ ਨੂੰ ਲੈ ਕੇ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਸਤਿਗੁਰੂ ਇਹ ਸਾਰੇ ਦੇ ਸਾਰੇ ਸਿੱਖ ਇੱਥੇ ਸ਼ਹੀਦ ਹੋ ਜਾਣਗੇ, ਇੱਕ ਵੀ ਨਹੀਂ ਬਚਣਾ ਜਿੰਨਾ ਦੁਸ਼ਮਣ ਹੈ। ਇਹ ਤੁਹਾਨੂੰ ਵੀ ਪਤਾ ਹੈ ਤੇ ਸਾਨੂੰ ਵੀ ਪਤਾ ਹੈ। ਸਤਿਗੁਰੂ ਅਸੀਂ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ ਲੈ ਕੇ, ਪੁੱਤਰਾਂ ਨੂੰ ਲੈ ਕੇ ਚਮਕੌਰ ਦੀ ਗੜੀ ਛੱਡ ਜਾਓ। ਕਿਉਂ? ਕਿਉਂਕਿ ਜੇ ਤੁਸੀਂ ਸਹੀ ਸਲਾਮਤ ਰਹੇ, ਸਾਡੇ ਵਰਗੇ ਕਰੋੜਾਂ ਸਿੱਖ ਤਿਆਰ ਕਰ ਲਓਗੇ। ਸਤਿਗੁਰਾਂ ਜੇ ਕਿਤੇ ਤੁਹਾਨੂੰ ਕੁਝ ਹੋ ਗਿਆ, ਕਰੋੜਾਂ ਸਿੱਖ ਮਿਲ ਕੇ ਵੀ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਤਿਆਰ ਨਹੀਂ ਕਰ ਸਕਦੇ। ਛੱਡ ਕੇ ਚਲੇ ਜਾਓ। ਜਦ ਇੰਨੀ ਗੱਲ ਕਹੀ ਨਾ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸਿੱਖੋ ਆਹ ਵੇਖੋ ਮੇਰਾ ਸਿੱਖ ਕਿੱਡਾ ਸੋਹਣੇ ਤੀਰ ਚਲਾ ਰਿਹਾ ਹੈ, ਉਹ ਸਿੱਖ ਵੱਲ ਵੇਖੋ ਕਿਵੇਂ ਗੋਲੀ ਦਾ ਨਿਸ਼ਾਨਾ ਬੰਨ ਕੇ ਚਲਾ ਰਿਹਾ ਹੈ, ਉਹ ਸਿੱਖ ਨੇ ਵੇ ਬਰਸ਼ੀ ਦੁਸ਼ਮਣ ਦੀ ਛਾਤੀ 'ਚ ਮਾਰ ਦਿੱਤੀ। ਭਾਈ ਦਇਆ ਸਿੰਘ ਜੀ ਨੇ ਬਾਂਹ ਪਕੜ ਲਈ, ਸਤਿਗੁਰੂ ਸਾਡੀ ਗੱਲ ਨੂੰ ਟਾਲਦੇ ਪਏ ਜੇ, ਸਾਡੀ ਗੱਲ ਟਾਲੋ ਨਾ, ਅਣਸੁਣਿਆ ਨਾ ਕਰੋ। ਅਸੀਂ ਬੇਨਤੀ ਕੀਤੀ ਹੈ, ਤੁਸੀਂ ਆਪਣੇ ਪੁੱਤਰਾਂ ਨੂੰ ਲੈ ਕੇ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਗਰੀਬ ਨਵਾਜ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਦਇਆ ਸਿੰਘ ਮੈਂ ਵੀ ਤੇ ਪੁੱਤਰਾਂ ਦੀ ਗੱਲ ਸੁਣਾਉਂਦਾ ਪਿਆ, ਆ ਮੇਰੇ ਸਿੱਖ ਬੱਚੇ ਦੀ ਛਾਤੀ ਦੇ ਵਿੱਚ ਗੋਲੀ, ਉਹ ਮੇਰਾ ਇੱਕ ਸਿੱਖ ਬੱਚਾ ਸ਼ਹੀਦ ਹੋ ਗਿਆ। ਭਾਈ ਦਇਆ ਸਿੰਘ ਤੂੰ ਕਿਹੜੇ ਪੁੱਤਰਾਂ ਦੀ ਗੱਲ ਕਰਦਾ ਹੈ? ਤੂੰ ਕੀ ਸਮਝਿਆ ਹੈ? ਉਹ ਗੁਰੂ ਪੁੱਤਰਾਂ ਤੇ ਸਿੱਖਾਂ ਦੇ ਵਿੱਚ ਫਰਕ ਸਮਝਦਾ ਹੈ?
याद रख ਜਿਹੜੇ मेरी खातर मैदाने जंग ਵਿੱਚ ਜੂਝਦੇ ਪਏ ਨੇ, ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ ਗੁਰੂ ਦੀ ਖਾਤਰ, ਇਹ ਮੇਰੇ ਖੂਨ ਦੇ ਰਿਸ਼ਤੇ ਦੇ ਪੁੱਤਰਾਂ ਤੋਂ ਇੱਕ ਕਦਮ ਅੱਗੇ ਵੱਧ ਕੇ ਮੇਰੇ ਬੱਚੇ ਨੇ। ਕਿੰਨਾ ਮਾਣ, ਕਿੰਨਾ ਸਤਿਕਾਰ ਸਿੱਖ ਨੂੰ, ਮੇਰੇ ਬੱਚਿਆਂ ਤੇ ਇੱਕ ਕਦਮ ਵੱਧ ਕੇ ਮੈਨੂੰ ਪਿਆਰੇ ਪੁੱਤ ਨੇ। जब इन्नी गल कही तो भाई बाबा साहिबजादा अजीत सिंह जी ने अगे आके हथ जोड़ के कह दिता सी, सिर झुका के, सतगुरु जे तेरे असल में वो सिख बच्चे ने थापड़ा दे के मैनू भी मैदाने जंग दे विच तोर दे, मैं भी तेरे सिख बच्चों के विच शामिल हो जावां। गुरु बख्शिश करे, गुरु रहमत करे, किते जीवन की सांझ ऐसी साडी भी सतगुरु नाल बणे। अज दे पवित्र उपदेश दे विच रहाओ दी पंक्ति का सिद्धांत ही ये है, दृढ़ करवा रहे सानू भगत नामदेव जी दे बचन, नाद समाइलो रे सतगुर भेट ले देवा। मेरे वाहिगुरु परमात्मा की बख्शिश कृपा रहमत दे नाल जदों सतगुरु नाल मिलाप होया, ये जीवन जिहड़ा सदा वास्ते गुरु शब्द दे नाल जुड़ गया। नाद, नाद दा अर्थ फिर बेनती करा आवाज, शब्द। समाइलो, समा जाना, एक मिक हो जाना। आपां बचन पढ़ते हैं ना, ज्यों जल मह जल आए खटाना, त्यो ज्योति संग जोत समाना, लीन हो जाना। भगत नामदेव जी बड़ा प्यारा सिद्धांत। अज मालिक की बख्शिश कृपा नाल सतगुरु का मिलाप होया है। जदों सतगुरु का मिलाप होया तो जीवन सदा वास्ते गुरु शब्द नाल एक मिक हो गया। अज जीवन में गुरु का शब्द वरतदा है, गुरु शब्द के जरिए हुण मैं जेड़े पासे भी तकदा मैनू वाहिगुरु परमात्मा मेरा अकाल पुरख मेरा मालिक ही दिखाई देता है। जो दिसै सो तेरा रूप। ईरखा की तकनी खत्म, नफरत की तकनी खत्म। हुण केवल ते केवल इस दृष्टि दे विचों दृष्टि नाल जो भी तकदा वो केवल ते केवल वाहिगुरु परमात्मा की रब्बी जोत दिखाई देती है। दोए दोए लोचन पेखा हों हर बिन अवर ना देखा। सतगुरु जी बख्शिश कर, सतगुरु जी का एक बड़ा प्यारा वचन है। हजूर पातशाह जी बख्शिश करते ने, साहिब मेरा सदा है। प्यारिओ, मेरा मालिक मेरा वाहिगुरु मेरा अकाल पुरख सदीवी होने वाला है, कदे खत्म नहीं होगा, सदा है। सवाल उठता है, मेरे सतगुरु जेड़ा मालिक सदीवी होने वाला है, उस मालिक दे नाल मिलाप किवें हुंदा है? उस मालिक नूं असीं किवें जान सकते हैं? हजूर जियां दे बचन, साहिब मेरा सदा है। मेरा साहिब मेरा मालिक सदीवी होने वाला है। दिसै शब्द कमाए, उस मालिक नूं जान सकते हैं। वाहिगुरु जी दे नाल सांझ बनदी है किवें? गुरु दे शब्द नूं कमाया, गुरबाणी दे मुताबक अपना जीवन बनाया। ए मन गुर की सिख सुन, हे मना तू गुरु की सिक्ख्या सुन, गुरु की सिक्ख्या के मुताबक चल, होवेगा कि हर पावह गुणी निधान, गुणा का खजाना वाहिगुरु परमात्मा नूं तू प्राप्त कर लवेगा। किड्डा प्यारा सिद्धांत, किड्डा प्यारा रब दे मिलाप दा रस्ता। गुरु की सिक्ख्या सुन, गुरु की बाणी सुन, गुरु का उपदेश सुन, ते गुरु की बाणी के मुताबक गुरु की सिक्ख्या के मुताबक अपना जीवन बना लै। होवेगा कि हर पावह गुणी निधान, गुणा का खजाना वाहिगुरु परमात्मा जो हर थां मौजूद है, वो वाहिगुरु परमात्मा तैनू प्राप्त हो जाएगा। फिर प्राप्त कित्थों होगा? कि कोई विशेष थां, कि कोई विशेष इलाका? हजूर जी कहते नहीं, हर सुख दाता मन वसै, हौमै जाए गुमान। जो गुरु की सिक्ख्या के उपर चलेगा ना, सिक्ख्या के मुताबिक तेरा जीवन बन जाएगा, तेरे जीवन विचों हौमै हंकार खत्म होवेगा। कि हर सुख दाता मन वसै, मन दे नन्ने दे सिहारी है, मन दे विच
ਉਹ ਸੁੱਖਾਂ ਦੀਆਂ ਦਾਤਾਂ ਬਖਸ਼ਿਸ਼ਾਂ ਦੇਣ ਵਾਲਾ ਦਾਤਾਰ ਮਾਲਕ ਵਾਹਿਗੁਰੂ ਤੂੰ ਦੇਖੇਂਗਾ ਤੇਰੇ ਮਨ ਦੇ ਵਿੱਚ ਵਸਦਾ ਪਿਆ ਹੈ। ਗੁਰੂ ਦੀ ਸਿੱਖਿਆ ਸੁਣ, ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਕਮਾ, ਗੁਰੂ ਦੀ ਸਿੱਖਿਆ ਦੇ ਮੁਤਾਬਕ ਜੀਵਨ ਬਣਾ। ਸਿੱਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ। ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਧਰਮ ਦੇ ਨਾਂ ਤੇ ਕਰਮ ਕਾਂਡ ਕਰਨ ਵਾਲੇ ਤੇ ਧਰਮੀ ਅਖਵਾਉਣ ਵਾਲੇ ਮਨੁੱਖ ਆਪਣੇ ਮਨ ਨੂੰ ਟਿਕਾ, ਭਟਕਣਾ ਚ ਨਾ ਪਏ। ਇਹ ਨਾ ਸਮਝੀ ਕਿ ਕਿਤੇ ਜੰਗਲਾਂ ਵਿੱਚ ਪਹਾੜਾਂ 'ਚ ਜਾਂ ਕੋਈ ਵਿਸ਼ੇਸ਼ ਥਾਂ ਹੈ, ਕੋਈ ਵਿਸ਼ੇਸ਼ ਹੋਰ ਤਰੀਕਾ ਹੈ। ਨਾ, ਇਹ ਮਨ ਇਕਤ ਘਰ ਆਣ। ਇਸ ਮਨ ਨੂੰ ਟਿਕਾ, ਇੱਕ ਥਾਂ ਤੇ ਲਿਆ। ਕਿਹੜੇ ਥਾਂ ਤੇ ਲਿਆ, ਕਿੱਥੇ ਟਿਕਾਉਣਾ ਹੈ? ਇਹੜ ਤੇਹੜ ਛੱਡ ਤੂੰ, ਇੱਧਰ ਉੱਧਰ ਦੀਆਂ ਗੱਲਾਂ ਛੱਡ, ਗੁਰ ਕਾ ਸ਼ਬਦ ਪਛਾਣ। ਗੁਰੂ ਦੇ ਸ਼ਬਦ ਦੀ ਪਹਿਚਾਣ ਕਰ। ਗੁਰੂ ਬਾਣੀ ਵਿੱਚ ਗੁਰੂ ਕੀ ਕਹਿ ਰਿਹਾ, ਕੀ ਕਹਿ ਰਿਹਾ ਸਤਿਗੁਰੂ ਸ਼ਬਦ ਵਿੱਚ? ਸਾਹਿਬ ਮੇਰਾ ਸਦਾ ਹੈ, ਮੇਰਾ ਸਾਹਿਬ ਮੇਰਾ ਮਾਲਕ ਸਦੀਵੀ ਹੋਣ ਵਾਲਾ ਹੈ, ਸਦਾ ਕਾਇਮ ਰਹਿਣ ਵਾਲਾ ਹੈ। ਦਿਸੈ ਸ਼ਬਦ ਕਮਾਏ, ਉਹ ਮੇਰਾ ਮਾਲਕ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਈ ਹੈ ਨਾ ਪਿਆਰਿਓ, ਉਹਨਾਂ ਦੀ ਉਸ ਮਾਲਕ ਨਾਲ ਸਾਂਝ ਬਣ ਗਈ। ਉਹ ਔਹਾਣੀ ਕਦੇ ਨਾ ਆਵੇ ਨਾ ਜਾਏ। ਉਹਨਾਂ ਨੂੰ ਸਮਝ ਆ ਗਈ ਮੇਰਾ ਮਾਲਕ ਸਦੀਵੀ ਹੋਣ ਵਾਲਾ, ਜਿਹੜਾ ਨਾ ਕਦੇ ਜੰਮਦਾ ਤੇ ਨਾ ਕਦੇ ਮਰਦਾ ਹੈ। ਮੇਰਾ ਮਾਲਕ ਇੱਕ ਰਸ ਰਹਿੰਦਾ ਹੈ। ਮੇਰਾ ਮਾਲਕ ਆਦ ਅੰਤ ਇੱਕ ਰਸ ਹੈ। ਉਹ ਕਦੇ ਵੀ ਜੰਮਦਾ ਮਰਦਾ ਨਹੀਂ, ਉਹ ਨਾਸ਼ਵਾਨ ਨਹੀਂ ਹੈ, ਉਹ ਚਲਾਏਵਾਨ ਨਹੀਂ ਹੈ। ਸਦਾ ਸਦਾ ਸੋ ਸੇਵੀ ਹੈ। ਇਸ ਲਈ ਹੈ ਮਨਾ, ਸਦਾ ਹਰ ਵਕਤ ਹਰ ਸਮੇਂ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਵਿੱਚ, ਉਹਦੇ ਭਾਣੇ 'ਚ ਚੱਲ। ਜੋ ਸਭ ਮੈਂ ਰਹਿ ਸਮਾਏ। ਕਿਹੜਾ ਮਾਲਕ? ਜਿਹੜਾ ਕਣ ਕਣ ਵਿੱਚ ਹੈ ਤੇ ਜਿਹੜਾ ਜ਼ਰੇ ਜ਼ਰੇ ਵਿੱਚ ਹੈ। ਉਸ ਮਾਲਕ ਨਾਲ ਸਾਂਝ ਕਿਵੇਂ ਬਣੀ? ਦਿਸੈ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਪਹਿਚਾਣ ਕਰ। ਗੁਰੂ ਦਾ ਸ਼ਬਦ ਕੀ ਕਹਿ ਰਿਹਾ ਹੈ? ਅਵਰ ਦੂਜਾ ਕਿਉਂ ਸੇਵੀਐ। ਉਸ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੇ ਆਖੇ ਨਾ ਲੱਗੀ। ਉਸ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੀ ਸੇਵਾ ਨਾ ਕਰ। ਕਿਸੇ ਹੋਰ ਦੇ ਨਾਲ ਜੀਵਨ ਦੀ ਸਾਂਝ ਨਾ ਬਣਾ। ਜੀਵਨ ਦੀ ਸਾਂਝ ਕੇਵਲ ਤੇ ਕੇਵਲ ਮਾਲਕ ਦੇ ਨਾਲ, ਪਰਮਾਤਮਾ ਨਾਲ, ਵਾਹਿਗੁਰੂ ਨਾਲ। ਸਾਡਾ ਦੁਖਾਂਤ ਹੈ, ਅਸੀਂ ਜੀਵਨ ਦੀ ਸਾਂਝ ਪਤਾ ਨਹੀਂ ਕਿਹਦੇ ਕਿਹਦੇ ਨਾਲ ਜੋੜ ਕੇ ਬੈਠ ਗਏ। ਮਾਲਕ ਦੇ ਨਾਲ ਸਾਂਝ ਬਣੀ ਹੀ ਨਹੀਂ। ਮਾਲਕ ਨਾਲ ਸਾਂਝ ਬਣੀ ਹੁੰਦੀ ਨਾ, ਮੈਂ ਬੇਨਤੀ ਕਰਾਂ, ਅੱਜ ਪਤਤ ਪੁਣਾ ਤੇ ਨਸ਼ੇ ਕਿਤੇ ਗੁਰੂਆਂ ਦੀ ਧਰਤੀ, ਨਸ਼ੇੜਿਆਂ ਦੀ ਧਰਤੀ ਕਦੇ ਨਾ ਬਣਦੀ। ਕਿਤੇ ਮਾਲਕ ਨਾਲ ਸਾਂਝ ਬਣੀ ਹੁੰਦੀ ਨਾ, ਸ਼ਹੀਦਾਂ ਦੀ ਧਰਤੀ ਕਦੇ ਪਤਤ ਲੋਕਾਂ ਦੀ ਧਰਤੀ ਨਾ ਬਣਦੀ। ਜੇ ਕਿਤੇ ਮਾਲਕ ਨਾਲ ਸਾਂਝ ਬੜੀ ਹੁੰਦੀ ਨਾ, ਜਿਹੜੇ ਧਰਤੀ ਤੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ, ਮੈਂ ਬੇਨਤੀ ਕਰਾਂ ਉੱਥੇ ਸ਼ਰਾਬਾਂ ਦੀਆਂ ਬੋਤਲਾਂ ਦੇ ਵਹਿਣ ਨਾ ਚੱਲਦੇ। ਮਾਲਕ ਨਾਲ ਸਾਂਝ ਬਣੀ ਹੀ। ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ। ਜਿਹੜੀ ਧਰਤੀ ਤੇ ਬੈਠ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥੀਂ ਸਿੱਖ ਦੇ ਸਿਰ ਤੇ ਆਪਣੇ ਸਿਰ ਦੀ ਦਸਤਾਰ ਬੰਨੀ ਸੀ ਚਮਕੌਰ ਦੀ ਗੜੀ ਦੇ ਵਿੱਚ, ਅੱਜ ਉਸ ਧਰਤੀ ਤੇ ਸਿਰ ਦਸਤਾਰਾਂ ਤੋਂ ਬਗੈਰ ਦਿਖਾਈ ਹੀ ਨਾ ਦਿੰਦੇ। ਮਾਲਕ ਨਾਲ ਸਾਂਝ ਬਣੀ ਹੀ ਨਹੀਂ। ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ, ਕਿਤੇ ਸਾਡੇ ਜੀਵਨ ਦੀ ਸਾਂਝ ਮਾਲਕ ਨਾਲ ਬਣ ਜਾਵੇ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਯਾਦ ਰੱਖ, ਉਸ ਮਾਲਕ ਨਾਲ ਸਾਂਝ ਬਣਾ, ਉਸ ਵਾਹਿਗੁਰੂ ਜੀ ਨਾਲ ਸਾਂਝ ਬਣਾ, ਜਿਹੜਾ ਵਾਹਿਗੁਰੂ ਹਰ ਥਾਂ ਤੇ ਮੌਜੂਦ ਹੈ ਤੇ ਸਦੀਵੀ ਹੋਂਦ ਵਾਲਾ ਹੈ। ਅਵਰ ਦੂਜਾ ਕਿਉਂ ਸੇਵੀਐ। ਉਸ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਜੀਵਨ ਦੀ ਸਾਂਝ ਨਾ ਬਣਾਵੇ। ਕਿਸੇ ਹੋਰ ਦੇ ਆਖੇ ਲੱਗ ਕੇ ਕਿਤੇ ਆਪਣੇ ਸਿੱਖੀ ਸਿਧਾਂਤਾਂ ਤੋਂ ਦੂਰ ਨਾ ਚਲੇ ਜਾਵੀਂ। ਕਿਸੇ ਹੋਰ ਦੀ ਸੇਵਾ ਵਿੱਚ ਨਾ ਰੁੱਝ ਜਾਵੀਂ। ਕਿਹਦੀ? ਜੋ ਜੰਮੈ ਮਰੈ ਫਿਰ ਆਵੇ ਜਾਏ। ਜਿਹੜਾ ਜੰਮਦਾ ਹੈ ਤੇ ਮਰਦਾ ਹੈ, ਜੋ ਜੰਮੈ ਤੇ ਮਰ ਜਾਏ। ਦੇਖੀ ਕਿਤੇ ਉਹਨਾਂ ਨਾਲ ਜੀਵਨ ਦੀ ਸਾਂਝ ਨਾ ਬਣਾਵੇ।
ਉਹਨਾਂ ਨਾਲ ਜੀਵਨ ਦੀ ਸਾਂਝ ਨਾ ਬਣਾਈ ਜਿਹੜੇ ਅੱਜ ਕੁਝ ਨੇ ਤੇ ਕੱਲ ਨੂੰ ਕੁਝ ਹੋਰ ਨੇ। ਉਹਨਾਂ ਨਾਲ ਜੀਵਨ ਦੀ ਸਾਂਝ ਨਾ ਬਣਾਵੇ ਜਿਨ੍ਹਾਂ ਦੇ ਮੂੰਹ ਦੇ ਵਿੱਚ ਕੁਝ ਹੋਰ ਹੈ ਤੇ ਕਿਰਦਾਰ ਦੇ ਵਿੱਚ ਜੀਵਨ ਦੇ ਵਿੱਚ ਕੁਝ ਹੋਰ ਹੈ। ਸਾਂਝ ਬਣਾਉਣੀ ਉਤੇ ਆਪਣੇ ਗੁਰੂ ਪਰਮਾਤਮਾ ਦੇ ਨਾਲ ਬਣਾ, ਗੁਰੂ ਪਰਮਾਤਮਾ ਨਾਲ ਸਾਂਝ ਬਣਾ। ਐਸੀ ਸਾਂਝ ਬਣੇ, ਐਸੀ ਸਾਂਝ ਬਣੇ ਦੇਖਣ ਵਾਲਾ ਸਾਡੇ ਜੀਵਨ ਦੇ ਵਿੱਚੋਂ ਸਾਡੇ ਗੁਰੂ ਪਰਮਾਤਮਾ ਨੂੰ ਦੇਖੇ। ਮੈਂ ਕਈ ਵਾਰ ਹੈਰਾਨ ਹੁੰਦਾ, ਦੇਖੋ ਸਤਿਗੁਰ ਸਾਹਿਬਾਨਾਂ ਨੇ ਆਪਣੇ ਤਨ ਦੇ ਉੱਤੇ ਜਾਂ ਉਸ ਵਕਤ ਦੇ ਗੁਰਸਿੱਖਾਂ ਦੇ ਤਨ ਦੇ ਉੱਤੇ ਹੰਢਾ ਕੇ ਕਿੱਡੇ ਕਿੱਡੇ ਪਿਆਰੇ ਸਿਧਾਂਤ ਬਖਸ਼ੇ। ਥੋੜਾ ਜਿਹਾ ਗੌਰ ਕਰਨਾ। ਚੰਦੂ ਪਾਪੀ ਦੀ ਹਵੇਲੀ, ਲਾਹੌਰ ਦੀ ਧਰਤੀ, 5 ਗੁਰਸਿੱਖ ਰੱਸਿਆਂ ਦੇ ਨਾਲ ਬੰਨ੍ਹ ਕੇ ਬਿਠਾਏ ਹੋਏ ਨੇ। ਉਹ ਗੁਰਸਿੱਖ ਤੱਕ ਰਹੇ ਨੇ ਕਿ ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਤੱਤੀ ਤਵੀ ਤੇ ਜਿਉਂਦੇ ਸੜ ਰਹੇ ਨੇ। ਉਹ ਗੁਰਸਿੱਖ ਤੱਕ ਰਹੇ ਨੇ ਕਿ ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਉਬਲਦੀਆਂ ਦੇਗਾਂ ਦੇ ਵਿੱਚ ਉਬਾਲੇ ਜਾ ਰਹੇ। ਥੋੜੀ ਜੀ ਸੁਰਤ ਚਾਂਦਨੀ ਚੌਂਕ ਦੀ ਧਰਤੀ ਤੇ ਲੈ ਆਓ, ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅੱਜ ਗੁਰੂ ਤੱਕ ਰਿਹਾ ਕਿ ਉਹਦੇ ਸਿੱਖ ਜਿਹੜੇ ਨੇ ਜਿਉਂਦੇ ਅੱਗ ਦੇ ਨਾਲ ਸਾੜੇ ਜਾ ਰਹੇ ਨੇ। ਉੱਥੇ ਸਿੱਖਾਂ ਨੇ ਤੱਕਿਆ, ਗੁਰੂ ਨੇ ਹੰਢਾਇਆ। ਮੈਂ ਬੇਨਤੀ ਕੀਤੀ ਸੀ ਸਿੱਖ ਦੇ ਜੀਵਨ ਦੇ ਵਿੱਚੋਂ ਗੁਰੂ ਦੇ ਦਰਸ਼ਨ। ਅੱਜ ਗੁਰੂ ਤੱਕ ਰਿਹਾ ਹੈ, ਸਿੱਖ ਉਬਲਦੀਆਂ ਦੇਗਾਂ ਦੇ ਵਿੱਚ ਉਬਾਲਿਆ ਜਾ ਰਿਹਾ ਹੈ। ਸਿੱਖ ਦੀ ਜ਼ੁਬਾਨ ਦੇ ਉੱਪਰ ਸੀ ਤੱਕ ਵੀ ਨਹੀਂ ਕਦੇ ਆਈ। ਉਸ ਵਕਤ ਦੇ ਵਿਦਵਾਨਾਂ ਦੀ ਕਲਮ ਨੇ ਲਿਖਿਆ, ਕਹਿੰਦੇ ਨੇ ਦੁਨੀਆ ਦੇ ਲੋਕੋ ਇਹ ਮਤ ਸੋਚਣਾ ਭਾਈ ਦਿਆਲਾ ਜੀ, ਗੌਰ ਨਾਲ ਦੇਖੋ ਅੱਜ ਗੁਰੂ ਦੇ ਸਿੱਖ ਦੇ ਜੀਵਨ ਵਿੱਚ ਗੁਰੂ ਦਾ ਬਖਸ਼ਿਆ ਹੋਇਆ ਸਿਧਾਂਤ ਤੇ ਕਿਰਦਾਰ ਪ੍ਰਗਟ ਹੋ ਗਿਆ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਸਤਿਗੁਰੂ ਜੀ ਬਖਸ਼ਿਸ਼ ਕਰਨ। ਇਸ ਲਈ ਹਜੂਰ ਜੀ ਬਖਸ਼ਿਸ਼ ਕਰਦੇ ਨੇ, ਸਾਂਝ ਬਣਾਉਣੀ ਹੈ ਤੇ ਗੁਰੂ ਪਰਮਾਤਮਾ ਨਾਲ ਬਣਾ। ਐਵੇਂ ਹੋਰਨਾਂ ਦੇ ਨਾਲ ਸਾਂਝ ਪਾ ਕੇ ਨਾ ਬੈਠ ਜਿਹੜੇ ਜੰਮਦੇ ਮਰਦੇ ਰਹਿੰਦੇ ਨੇ। ਨਿਹਫਲ ਤਿਨ ਕਾ ਜੀਵਿਆ, ਯਾਦ ਰੱਖ ਉਹਨਾਂ ਦਾ ਜੀਵਨ ਜਿਉਣਾ ਬੇਅਰਥ ਹੈ, ਨਿਹਫਲ ਹੈ, ਬੇਅਰਥ, ਕਿਸੇ ਅਰਥ ਵਿੱਚ ਨਹੀਂ। ਕਿਹਨਾਂ ਦਾ? ਨਿਹਫਲ ਤਿਨ ਕਾ ਜੀਵਿਆ, ਜੇ ਖਸਮ ਨਾ ਜਾਣੇ ਆਪਣਾ, ਜਿਹੜੇ ਆਪਣੇ ਮਾਲਕ ਨੂੰ ਸਮਝਦੇ ਨਹੀਂ, ਜਿਹੜੇ ਆਪਣੇ ਪਿਆਰੇ ਸਤਿਗੁਰੂ ਪਰਮਾਤਮਾ ਨੂੰ ਜਾਣਦੇ ਨਹੀਂ, ਸਮਝਦੇ ਨਹੀਂ। ਅਵਰੀ ਕੋ ਚਿੱਤ ਲਾਏ, ਆਪਣਾ ਚਿੱਤ ਮਾਲਕ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਜੋੜੀ ਬੈਠੇ ਨੇ, ਅੰਦਰ ਦੀ ਸਾਂਝ ਕਿਸੇ ਹੋਰ ਨਾਲ ਪਾਈ ਬੈਠੇ ਨੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਦਾ ਜਿਉਣਾ ਬੇਅਰਥ, ਕਿਸੇ ਅਰਥ ਵਿੱਚ ਨਹੀਂ। ਅਖੀਰਲੀ ਪੰਕਤੀ ਵਿੱਚ ਬੜਾ ਪਿਆਰਾ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਧਾਂਤ ਦਾ ਬਖਸ਼ਿਆ। ਹਜੂਰ ਜੀ ਕਹਿੰਦੇ ਜਿਹੜਾ ਵੀ ਮਨੁੱਖ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਆਪਣੇ ਅੰਦਰ ਦੀ ਸਾਂਝ ਪਾ ਕੇ ਬੈਠਾ ਹੈ ਨਾ, ਕਿਸੇ ਹੋਰ ਦੇ ਨਾਲ ਚਿੱਤ ਜੋੜ ਕੇ ਬੈਠਾ ਹੈ, ਇੱਕ ਗੱਲ ਜੀਵਨ ਵਿੱਚ ਉਹ ਸਦਾ ਯਾਦ ਰੱਖੇ ਕਿ ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇ ਸਜਾਏ। ਕਰਤਾ ਪੁਰਖ ਪਰਮਾਤਮਾ ਨੂੰ ਕਿੰਨੀ ਕੁ ਸਜ਼ਾ ਦੇਵੇਗਾ, ਯਾਦ ਰੱਖਿਓ ਇਹ ਗੱਲ ਕਦੇ ਕੋਈ ਜਾਣ ਨਹੀਂ ਸਕਦਾ ਤੇ ਕੋਈ ਅੰਦਾਜ਼ਾ ਵੀ ਨਹੀਂ ਲਗਾ ਸਕਦਾ। ਜਿਹੜਾ ਮਾਲਕ ਨੂੰ ਭੁੱਲ ਗਿਆ, ਜਿਹੜਾ ਵਾਹਿਗੁਰੂ ਜੀ ਨੂੰ ਛੱਡ ਚੁੱਕਿਆ ਹੈ, ਵਾਹਿਗੁਰੂ ਜੀ ਨੂੰ ਛੱਡ ਕੇ ਕਿਸੇ ਹੋਰ ਦੇ ਨਾਲ ਸਾਂਝ ਪ੍ਰੀਤ ਬਣਾ ਕੇ ਬੈਠ ਗਿਆ ਹੈ। ਪ੍ਰੀਤ ਬਣਾਉਣੀ ਹੈ, ਪ੍ਰੀਤ ਪਾਉਣੀ ਹੈ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਲ ਪਾਉਣੀ ਹੈ। ਰੇ ਮਨ ਰਾਮ ਸਿਉ ਕਰ ਪ੍ਰੀਤ, ਪ੍ਰੀਤ ਕਰ ਪਰ ਵਾਹਿਗੁਰੂ ਨਾਲ ਕਰ, ਪਰਮਾਤਮਾ ਨਾਲ ਕਰ। ਇਹੋ ਜੀ ਪ੍ਰੀਤ ਪਰਮਾਤਮਾ ਦੇ ਨਾਲ ਬਣਾ, ਇਹੋ ਜਿਹਾ ਪਿਆਰ ਵਾਹਿਗੁਰੂ ਪਰਮਾਤਮਾ ਜੀ ਦੇ ਨਾਲ ਕਰ। ਕਿਤੇ ਸੁੱਤਾ ਵੀ ਹੋਵੇ ਤੇ ਸੁਪਨੇ ਦੇ ਵਿੱਚੋਂ ਵਾਹਿਗੁਰੂ ਪਰਮਾਤਮਾ ਦੇ ਨਾਂ ਦੀਆਂ ਹੀ ਆਵਾਜ਼ਾਂ ਨਿਕਲਣ। ਸੁਪਨੇ ਹੂੰ ਬਰੜਾਇਕੈ ਜਿਹ ਮੁਖ ਨਿਕਸੈ ਰਾਮ। ਤੇਰਾ ਰੋਮ ਰੋਮ ਵਾਹਿਗੁਰੂ ਪਰਮਾਤਮਾ ਦਾ ਸ਼ੁਕਰਾਨਾ, ਵਾਹਿਗੁਰੂ ਪਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਹੋਵੇ। ਸਤਿਗੁਰੂ ਜੀ ਬਖਸ਼ਿਸ਼ ਕਰਨ। ਭਗਤ ਨਾਮਦੇਵ ਜੀ ਦਾ ਸ਼ਬਦ ਕਹਿੰਦੇ, ਅੱਜ ਮੇਰੇ ਮਾਲਕ ਨੇ, ਮੇਰੇ ਵਾਹਿਗੁਰੂ ਨੇ ਬੜੀ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਅੱਜ ਮੈਨੂੰ ਸਤਿਗੁਰ ਭੇਟ ਲੇ, ਸਤਿਗੁਰੂ ਦਾ ਮਿਲਾਪ ਹਾਸਲ ਹੋਇਆ ਹੈ। ਜਦੋਂ ਸਤਿਗੁਰੂ ਦਾ ਮਿਲਾਪ ਹਾਸਲ ਹੋਇਆ ਨਾ, ਨਾਦ ਸਮਾਏ ਲੋਰੇ। ਫਿਰ ਦੁਹਰਾਵਾਂ, ਨਾਦ ਦਾ ਅਰਥ ਹੈ ਆਵਾਜ਼, ਸ਼ਬਦ। ਗੁਰੂ ਦੇ ਸ਼ਬਦ ਦੇ ਨਾਲ ਮੇਰਾ ਫਿਰ ਮਨ ਇੱਕਮਿਕ ਹੋ ਗਿਆ। ਜਦੋਂ ਗੁਰੂ ਸ਼ਬਦ ਨਾਲ ਇੱਕਮਿਕ ਹੋਇਆ ਨਾ, ਤਬਦੀਲੀ ਕੀ ਆਈ?
जब देखा तब गावा, तो जन धीरज पावा। जदों गुरु नाल एकमिक हो जाता है मन, फिर जेड़े पासे तकदा मैनू मेरा मालिक वाहिगुरु परमात्मा दिखाई देता है। सब मह जोत, जोत है सोए तिसकै चानन, सब मह चानन होए। सब गोबिंद है, सब गोबिंद है, गोबिंद बिन नहीं कोई। जो दिसै सो तेरा रूप, दोए दोए लोचन पेखा, हाँ हर बिन अवर ना देखा। फरीदा खालक खलक मह, खलक वसै रब माहे। मंदा किसनो आखिए जा तिस बिन कोई ना है। गुरु बख्शिश करे, जदों गुरु के शब्द नाल एकमिक हो गए, उदों फिर जेड़े पासे तकिया वाहिगुरु परमात्मा की जोत नूं तकिया, वाहिगुरु परमात्मा की रब्बी जोत का प्रकाश देखिया। सबना दे अंदर मेरा मालिक वाहिगुरु वरत रहा है। ईरखा की तकनी, नफरत की तकनी जिहड़ी सी वो खत्म हो गई, वो तकनी खत्म हो गई। जब देखा तब गावा, फिर जेड़े पासे तकिया, जदों मालिक नूं तकिया, फिर मालिक दी सिफत सलाहां भी जुबान विचों निकलिया। उहदे कौतक जदों देखे, वाह वाह, जुबान दे विचों वाह गुरु शब्द निकलदा रहा। मालिक दी सिफत सलाह दे गीत निकले, फिर वाहिगुरू परमात्मा दीयां वडियाइयां दे गीत निकले। जदों तके अखां दे नाल एक पासे 10 लाख तो वध वैरी दा घेरा, एक पासे केवल 5 गुरसिखां दा जथा, वो जाके 10 लाख दे विच ही हलचल मचा रहा है। उदों अंदर आत्मा चों कूकां निकलियां, वाह गुरु वाह गुरु वाह गुरु। तेरे सिखां दी वेख किड्डी महान है, तेरे सिखां दी शहादत दा, तेरे गुरसिखां दी कुर्बानी कि सतगुरु सच्चे पातशाह तेरे तो थापड़ा लैके तुरे। 5-5 गुरसिखां ने 10-10 लाख वैरी नूं भी हिला के रख दिता। वाह गुरु। प्यारिओ, आपां अरदास करते हैं, भाई साहब जी ने समाप्ति ते अरदास करनी है। अरदास दे विच भाई साहब जी एक बचन पढ़ते हैं। भाई साहब जी ने पढ़ना है, जिन्ना सिंघां सिंघणियां धर्म हेत सीस दिते, बंद बंद कटवाए, खोपरियां लोहाइयां, चरखड़ियां ते चढ़े, आरियां नाल चरवाए, गुरद्वारियां दे सेवा लई कुर्बानियां कीतियां, धर्म नहीं हारिया, सिक्खी सिद्धक केसां सुआसां संग निभाही, तिन्हां दी कमाई दा ध्यान धर के खालसा जी। बोलो जी वाहिगुरू। कदी गौर कीता भाई साहब जी बोलो जी शब्द क्यों कहिंदे ने? बोलो जी शब्द अरदास दा हिस्सा नहीं, परंतु विधान दे विच अरदास बनाउण लग्या हिस्सा विद्वानां ने बनाया, क्योंकि अरदास गुरु परमात्मा दे अगे हो रही है। बोलो जी संगत नूं कहा जाता है, संगत नूं संबोधन है, गुरु परमात्मा नूं नहीं। अरदास गुरु परमात्मा अगे कर रहे हैं, बोलो जी शब्द संगत नूं कहा जाता है। क्यों? उहदा कारण की? उहदा कारण यही है, गुरु कृपा करे, गुरु बख्शिश करे, अरदास विच खड़े ते जरूर हैं, परंतु साडी सुरत जिहड़ी है, जो बोलिया जा रहा है, उन्होंने देख नहीं रही, उन्होंने देख नहीं रही। सानू तो चेता ही उदों आउंदा है कि अरदास हो गई तो समाप्त हो गई, जो भाई साहब कहते नानक नाम चढ़दी कला तेरे भाणे सरबत दा भला। नहीं तो भाई साहब जी जदों ये गल कहंदे ने, बचन पढ़ते हैं, जिन्ना सिंघां सिंघणियां धर्म हेत सीस दिते, साडी सुरत देखे उस वक्त नूं जदों सिख बीबियां दी गोदियां दे विचों बच्चियां नूं बाहर कढ के नेजियां दे उत्ते उछाल के टंग के शहीद कीता जांदा सी। साडी अंदर आत्मा चों कूका निकलेगी फिर, वाहिगुरू चरखड़ियां ते चढ़े, वाहिगुरू बंद बंद कटवाए, वाहिगुरू खोपरियां उतरवाइयां, वाहिगुरू। भाई साहब जी नूं कहना ना पैंदा, साडी अंदर आत्मा कूका मार मार के वाहिगुरू साडे हिरदा जिहड़ा बोलदा। जे सुरत ने देखिया हुंदा ते खड़े जरूर हथ जोड़ के भाई साहब नूं फिर कहना पैंदा, तिन्हां दी कमाई दा ध्यान धर के। ध्यान धर के दा अर्थ की है कि जिन्हां ने आ कुछ कीता है उन्हां दा ध्यान धरो।
ਸੁਰਤ ਦੇ ਵਿੱਚ ਦੇਖੋ ਉਹਨਾਂ ਦੇ ਉਸ ਮਹਾਨ ਇਤਿਹਾਸ ਨੂੰ, ਕਿਵੇਂ ਉਹਨਾਂ ਨੇ ਹੰਢਾਇਆ ਆਪਣੇ ਉੱਪਰ। ਜਦੋਂ ਸੁਰਤ ਦੇ ਵਿੱਚ ਦੇਖਾਂਗੇ ਸਾਡੀ ਜ਼ੁਬਾਨ 'ਚੋਂ ਆਵਾਜ਼ ਨਿਕਲੇਗੀ, ਵਾਹਿਗੁਰੂ ਵਾਹਿਗੁਰੂ। ਇੰਨਾ ਸਬਰ, ਵਾਹਿਗੁਰੂ। ਇੰਨਾ ਸਿਦਕ ਕਮਾਇਆ, ਵਾਹਿਗੁਰੂ। ਖੋਪਰ ਉਤਰ ਗਏ, ਅੱਖਾਂ 'ਚ ਅਥਰੂ ਤੱਕ ਨਹੀਂ ਨਿਕਲਿਆ, ਵਾਹਿਗੁਰੂ। ਪਿਓ ਦੀ ਅੱਖਾਂ ਦੇ ਸਾਹਮਣੇ ਪੁੱਤ ਨੂੰ ਚਰਖੜੀ ਤੇ ਚਾੜ ਕੇ ਤੂੰਬਾ ਤੂੰਬਾ ਕਰ ਦਿੱਤਾ, ਪਰ ਕਿਤੇ ਅੱਖਾਂ 'ਚ ਅਥਰੂ ਨਹੀਂ ਨਿਕਲਿਆ, ਵਾਹਿਗੁਰੂ ਵਾਹਿਗੁਰੂ। ਸਾਡੀ ਅੰਦਰ ਆਤਮਾ ਕੂਕਾਂ ਮਾਰ ਮਾਰ ਗਈ ਸੀ। ਜਦ ਦੇਖਾ, ਅੱਜ ਜਦੋਂ ਗੁਰੂ ਸ਼ਬਦ ਦੇ ਨਾਲ ਸਾਂਝ ਪਈ ਨਾ ਮੇਰੇ ਅੰਦਰ ਦੀ, ਜਦੋਂ ਗੁਰੂ ਸ਼ਬਦ ਨਾਲ ਇੱਕਮਿਕ ਹੋ ਗਿਆ ਮੇਰਾ ਮਨ, ਫਿਰ ਜਿਹੜੇ ਪਾਸੇ ਮੈਂ ਤੱਕਿਆ ਮੈਨੂੰ ਵਾਹਿਗੁਰੂ ਪ੍ਰਮਾਤਮਾ ਦੀ ਜੋਤ ਦਿਖਾਈ ਦਿੱਤੀ। ਜਦੋਂ ਉਸ ਰੱਬੀ ਜੋਤ ਦੇ ਗੁਣਾਂ ਨੂੰ ਦੇਖਿਆ, ਉਸ ਰੱਬੀ ਜੋਤ ਦੇ ਕੌਤਕਾਂ ਨੂੰ ਦੇਖਿਆ, ਤਬ ਗਾਵਾਂ, ਮੇਰੀ ਜ਼ੁਬਾਨ ਵਿੱਚੋਂ ਫਿਰ ਵਾਹਿਗੁਰੂ ਪ੍ਰਮਾਤਮਾ ਦੇ ਵਡਿਆਈ ਦੇ ਗੀਤ ਨਿਕਲੇ, ਮਾਲਕ ਦੀ ਸਿਫਤ ਸਲਾਹ ਦੇ ਗੀਤ ਨਿਕਲੇ। ਕਿਸੇ ਵਿਅਕਤੀ ਦੀ ਚਾਪਲੂਸੀ ਦੇ ਨਹੀਂ, ਕਿਸੇ ਮਨਮਤੀ ਦੇ ਦਿੱਤੇ ਹੋਏ ਮੰਤਰਾਂ ਦੇ ਨਹੀਂ, ਕੇਵਲ ਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਨਿਕਲੇ। ਗੁਰੂ ਬਖਸ਼ਿਸ਼ ਕਰੇ, ਤਉ ਜਨ ਧੀਰਜ ਪਾਵਾਂ। ਜਦੋਂ ਗੁਰੂ ਸ਼ਬਦ ਨਾਲ ਇੱਕਮਿਕ ਹੋਇਆ, ਮੇਰੇ ਅੰਦਰ ਠੰਡ ਪੈ ਗਈ। ਧੀਰਜ ਦਾ ਅਰਥ ਹੁੰਦਾ ਜੇ ਟਿਕਾ, ਠੰਡ ਪੈ ਜਾਣੀ, ਠੰਡ ਪੈ ਗਈ, ਮੇਰਾ ਅੰਦਰ ਟਿਕ ਗਿਆ, ਭਟਕਣਾ ਖਤਮ ਹੋ ਗਈ। ਹੁਣ ਮੇਰੇ ਅੱਖਾਂ ਦੇ ਸਾਹਮਣੇ ਮੇਰੇ ਪੁੱਤ ਦਾ ਕੋਈ ਕਲੇਜਾ ਵੀ ਸੀ ਨਾ ਚੀਰ ਕੇ ਬਾਹਰ ਕੱਢ ਲਵੇ ਨਾ ਮੇਰੀ ਜ਼ੁਬਾਨ ਚੋਂ ਸੀ ਨਹੀਂ ਨਿਕਲੇਗੀ, ਐਸੀ ਅਵਸਥਾ। ਕਿਉਂਕਿ ਗੁਰੂ ਸ਼ਬਦ ਨਾਲ ਇੱਕਮਿਕ ਹੋ ਗਿਆ ਮਨ, ਹੋਣਾ ਠੰਡ ਪੈ ਗਈ। ਮੇਰੇ ਅੱਖਾਂ ਦੇ ਸਾਹਮਣੇ ਮੇਰੇ ਤਨ ਦਾ ਟੁਕੜਾ ਟੁਕੜਾ ਬੰਦ ਬੰਦ ਵੀ ਕੱਟ ਦਿੱਤਾ ਜਾਵੇਗਾ, ਮੇਰੀ ਅੱਖਾਂ 'ਚ ਅਥਰੂ ਨਹੀਂ ਡਿੱਗਣਗੇ, ਅੰਦਰ ਟਿਕ ਗਿਆ। ਤੋ ਜਨ ਧੀਰਜ ਪਾਵਾਂ, ਟਿਕਾ, ਠੰਡ ਪੈ ਜਾਣੀ। ਨਾਦ ਸਮਾਇ ਲੋਰੇ, ਸਤਗੁਰ ਭੇਟ ਲੈ ਦੇਵਾ। ਮੇਰੇ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਜਦੋਂ ਸਤਿਗੁਰੂ ਦੇ ਨਾਲ ਮਿਲਾਪ ਹੋਇਆ, ਫਿਰ ਗੁਰੂ ਸ਼ਬਦ ਦੇ ਨਾਲ ਮੇਰਾ ਮਨ ਸਮਾ ਗਿਆ, ਇੱਕ ਮਿਕ ਹੋ ਗਿਆ। ਜਹ ਝਿਲ ਮਿਲ ਕਾਰਦ ਸੰਤਾ, ਝਿਲ ਮਿਲ, ਹਿਲ ਜੁਲ, ਹਿਲ ਜੁਲ ਨਹੀਂ ਆਪਾਂ ਕਹਿ ਦਿੰਦੇ ਚੰਚਲਤਾਈ, ਆਪਾਂ ਕਹਿੰਦੇ ਉੱਥੇ ਹਿਲ ਜੁਲ ਹੋ ਰਹੀ ਹੈ। ਚੰਚਲਤਾਈ, ਹਿੱਲਣਾ, ਟਿਕਾ ਜਿੱਥੇ ਨਾ ਹੋਵੇ। ਜਿਹੜੇ ਮਨ ਵਿੱਚ ਪਹਿਲਾਂ ਚੰਚਲਤਾਈ ਸੀ, ਹਿਲਜੁਲ ਹੀ ਬਣੀ ਰਹਿੰਦੀ ਸੀ, ਚੰਗਾ ਪਦਾਰਥ ਦੇਖ ਲਿਆ ਤਾਂ ਡੋਲ ਗਿਆ, ਉਧਰ ਦੌੜ ਗਿਆ, ਚੰਗਾ ਰੂਪ ਸੋਹਣਾ ਦੇਖ ਲਿਆ ਉਧਰ ਦੌੜ ਗਿਆ, ਜਿਹੜਾ ਟਿਕਦਾ ਨਹੀਂ ਸੀ ਕਦੀ, ਚੰਚਲਤਾਈ ਵਿੱਚ ਸੀ। ਤਹ ਅਨਹਦ ਸ਼ਬਦ ਬਜੰਤਾ, ਅੱਜ ਉਸੇ ਹੀ ਮਨ ਦੇ ਵਿੱਚ ਇੱਕ ਰਸ ਗੁਰੂ ਦੀ, ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਸ਼ਬਦ ਗੂੰਜ ਰਹੇ ਨੇ। ਉਸ ਮਨ ਵਿੱਚ ਇੱਕ ਰਸ ਵਾਹਿਗੁਰੂ ਪ੍ਰਮਾਤਮਾ ਦੀ ਵਡਿਆਈ ਹੋ ਰਹੀ ਹੈ। ਅੱਖਾਂ ਵੀ ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਰਹੀਆਂ ਨੇ, ਜ਼ਬਾਨ ਵੀ ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਰਹੀ ਹੈ। ਇੱਥੋਂ ਤੱਕ ਸਿਰ ਤੋਂ ਪੈਰਾਂ ਤੱਕ ਦੇ ਸਮੁੱਚੇ ਇੰਦਰੀਆਂ ਦੀ ਕਰਨੀ ਵਾਹਿਗੁਰੂ ਪ੍ਰਮਾਤਮਾ ਦੇ ਹੀ ਗੀਤ ਗਾ ਰਹੀ ਹੈ। ਤਹ ਅਨਹਦ ਸ਼ਬਦ ਬਜੰਤਾ, ਅਨਹਦ ਇੱਕ ਰਸ ਲਗਾਤਾਰ, ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਰੋਕ ਨਾ ਪਵੇ, ਜਿਹੜਾ ਮਨ 24 ਘੰਟੇ ਉਡਾਰੀਆਂ ਭਰਦਾ ਰਹਿੰਦਾ ਸੀ, ਝਿਲ ਮਿਲ ਚੰਚਲਤਾਈ ਵਿੱਚ ਸੀ, ਕਦੀ ਇੱਧਰ ਚਲੇ ਗਿਆ, ਕਦੇ ਉੱਧਰ ਚਲੇ ਗਿਆ, ਕਦੇ ਉਹਦੇ ਪਿੱਛੇ ਚਲੇ ਗਿਆ, ਇੱਥੋਂ ਖੈਰ ਨਹੀਂ ਪਈ ਉੱਥੇ ਚਲੇ ਜਾਈ, ਉੱਥੇ ਜਾ ਕੇ ਝੋਲੀ ਅੱਡੀਏ, ਕਦੀ ਕਿਸੇ ਜੋਤਸ਼ੀ ਦੇ ਅੱਗੇ, ਕਦੀ ਕਿਸੇ ਵਾਸਤੂ ਸ਼ਾਸਤਰ ਵਾਲੇ ਕੋਲ, ਕਦੀ ਕਿਤੇ ਕਦੀ ਕਿਤੇ। ਅੱਜ ਉਹ ਟਿਕ ਗਿਆ। ਅੱਜ ਉਹ ਉਸ ਮਨ ਦੇ ਵਿੱਚ 24 ਘੰਟੇ ਇੱਕ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਏ ਜਾਂਦੇ ਨੇ। ਗੁਰਬਾਣੀ ਦਾ ਰੰਗ ਚੜਿਆ ਉਸ ਮਨ ਦੇ ਉੱਪਰ। ਉਹ ਜਦੋਂ ਵੀ ਮਨ ਦੇ ਵਿੱਚ ਆਵਾਜ਼ ਨਿਕਲਦੀ ਹੈ, ਜਪਜੀ ਸਾਹਿਬ ਦੇ ਰੂਪ 'ਚ ਨਿਕਲਦੀ ਹੈ, ਸੁਖਮਨੀ ਸਾਹਿਬ ਦੇ ਰੂਪ 'ਚ ਨਿਕਲਦੀ ਹੈ, ਸ਼ਾਮ ਦੇ ਵਕਤ ਰਹਿਰਾਸ ਸਾਹਿਬ ਦੇ ਰੂਪ ਦੇ ਵਿੱਚ ਨਿਕਲਦੀ ਹੈ। ਇੱਕ ਰਸ ਗੁਰੂ ਦਾ ਸ਼ਬਦ ਚੱਲ ਰਿਹਾ, ਉਹ ਮਨ ਭੁੱਲਦਾ ਨਹੀਂ ਹੈ। ਉਹ ਸਰਸਾ ਨਦੀ ਦੇ ਕਿਨਾਰੇ ਤੇ ਬੈਠਾ ਹੈ, ਦੁਸ਼ਮਣ ਤੋਪਾਂ ਦੇ ਗੋਲੇ ਵਰਸਾ ਰਿਹਾ ਹੈ, ਅੱਤ ਦੀ ਕਹਿਰ ਦੀ ਠੰਡ ਪੈ ਰਹੀ ਹੈ, ਉੱਤੋਂ ਕਣੀਆਂ ਪੈ ਰਹੀਆਂ ਨੇ, ਮੀਂਹ ਪੈ ਰਿਹਾ ਹੈ। ਉਹ ਚੌਂਕੜਾ ਮਾਰ ਕੇ ਵੀ ਆਸਾ ਕੀ ਵਾਰ ਦੇ ਕੀਰਤਨ ਨੂੰ ਨਹੀਂ ਜੇ ਭੁੱਲਦਾ। ਇਤਿਹਾਸ ਹੈ ਸਾਡਾ। ਅੱਜ ਅਸੀਂ
ਆਲੀਸ਼ਾਨ ਮਹਿਲਾਂ ਦੇ ਵਿੱਚ ਬੈਠ ਕੇ ਵੀ ਸਤਿਗੁਰੂ ਜੀ ਦੀ ਬਾਣੀ ਨੂੰ ਭੁੱਲ ਗਏ। ਉਹ ਕੰਡਿਆਂ ਦੀ ਸੇਜ ਤੇ ਸੁੱਤਾ ਹੋਇਆ ਵੀ ਆਪਣੇ ਮਾਲਕ ਦੇ ਸਿਫਤ ਸਲਾਹ ਦੇ ਗੀਤ ਨਹੀਂ ਭੁੱਲਿਆ। ਅਸੀਂ ਮਖਮਲੀ ਗੱਦਿਆਂ ਦੇ ਉੱਤੇ ਆਰਾਮ ਕਰਦੇ ਹੋਏ ਵੀ ਰੱਬ ਦਾ ਸ਼ੁਕਰਾਨਾ ਕਰਨਾ ਭੁੱਲ ਗਏ। ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ, ਕਿਤੇ ਨੁਕਤੇ ਸਾਡੇ ਜੀਵਨ ਚ ਆਉਣ। ਚਮਕੌਰ ਦੀ ਗੜੀ ਚ ਸ਼ਾਮ ਨੂੰ ਪਹੁੰਚੇ, ਪਰ ਸਤਿਗੁਰੂ ਜੀ ਦੀ ਬਾਣੀ ਦਾ ਨਿਤਨੇਮ ਕਰਨਾ ਨਹੀਂ ਭੁੱਲੇ। ਚਮਕੌਰ ਦੀ ਗੜੀ 10 ਲੱਖ ਤੋਂ ਵੱਧ ਵੈਰੀ ਦਾ ਘੇਰਾ, ਫਿਰ ਵੀ ਚੌਕੜਾ ਲਗਾ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਾਣੀ ਪੜ੍ਹ ਰਹੇ ਨੇ। ਝਾਤ ਮਾਰ ਕੇ ਦੇਖੀਏ, ਸਾਡੇ ਸਾਰੇ ਪਾਸੇ ਸਿਕਿਉਰਿਟੀ ਹੈ, ਫਿਰ ਵੀ ਵਾਹਿਗੁਰੂ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ, ਗੁਰਬਾਣੀ, ਨਿਤਨੇਮ ਜੀਵਨ ਚੋਂ ਭੁੱਲਿਆ ਪਿਆ ਹੈ। ਸਾਨੂੰ ਪੰਜਾਂ ਪਿਆਰਿਆਂ ਹਦਾਇਤ ਵੀ ਕੀਤੀ ਸੀ, ਸਿੱਖਾ ਆ ਬਾਣੀ ਦਾ ਨਿਤਨੇਮ ਕਰੀ। ਨਹੀਂ ਨਿਤਨੇਮ ਕਰਨਾ ਆਉਂਦਾ ਤੇ ਫਿਰ ਮੂਲ ਮੰਤਰ ਦਾ ਅਭਿਆਸ ਕਰੀ। ਜੇ ਮੂਲ ਮੰਤਰ ਵੀ ਨਹੀਂ ਆਉਂਦਾ ਤੇ ਗੁਰ ਮੰਤਰ ਵਾਹਿਗੁਰੂ ਦਾ ਅਭਿਆਸ ਕਰ ਲਈ, ਤੁਰਦਿਆਂ ਫਿਰਦਿਆਂ ਉੱਠਦਿਆਂ ਬੈਠ। ਗੁਰੂ ਕਿਰਪਾ ਕਰੇ ਸਾਨੂੰ ਇਹ ਸਿਧਾਂਤ ਹੀ ਜੀਵਨ ਚੋਂ ਭੁੱਲ ਗਿਆ। ਸਤਿਗੁਰੂ ਜੀ ਬਖਸ਼ਿਸ਼ ਕਰਨ। ਜੈ ਝਿਲ ਮਿਲ ਕਾਰ ਦਸੰਤਾ, ਜਿੱਥੇ ਦਿਖਾਈ ਦਿੰਦਾ ਸੀ ਮਨ 24 ਘੰਟੇ ਭਟਕਣਾ ਚ ਪਿਆ ਹੋਇਆ, ਚੰਚਲਤਾਈ ਵਿੱਚ ਹੈ, ਤਹ ਅਨਹਦ ਸ਼ਬਦ ਬਜੰਤਾ। ਅੱਜ ਉਸ ਮਨ ਦੇ ਵਿੱਚ ਇੱਕ ਰਸ ਗੁਰੂ ਦੇ ਸ਼ਬਦ ਗਾਏ ਜਾ ਰਹੇ ਨੇ, ਗੁਰਬਾਣੀ ਪੜ੍ਹੀ ਜਾ ਰਹੀ ਹੈ, ਗੁਰਬਾਣੀ ਦੀ ਵਿਚਾਰ ਹੋ ਰਹੀ ਹੈ, ਤੇ ਉਹ ਮਨ ਗੁਰਬਾਣੀ ਦੇ ਮੁਤਾਬਕ ਸਰੀਰ ਦੇ ਇੰਦਰੀਆਂ ਦੇ ਕੋਲੋਂ ਕਾਰ ਕਰਵਾ ਰਿਹਾ ਹੈ। ਜੋਤੀ ਜੋਤ ਸਮਾਨੀ, ਫਿਰ ਇਹ ਜੀਵ ਆਤਮਾ ਵਿਸ਼ਾਲ ਜੋਤ ਵਾਹਿਗੁਰੂ ਪਰਮਾਤਮਾ ਨਾਲ ਇੱਕਮਿਕ ਹੋ ਗਈ, ਇੱਕਮਿਕ ਹੋ ਗਈ। ਕਹੋ ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਉ ਪਾਣੀ ਸੰਗ ਪਾਣੀ, ਇੱਕਮਿਕ ਹੋ ਗਈ ਹੈ। ਮੈਂ ਗੁਰ ਪ੍ਰਸਾਦੀ ਜਾਨੀ, ਇਹ ਜਾਣ ਪਹਿਚਾਣ, ਇਹ ਸਮਝ ਕਹਿ ਲੋ ਜਾਂ ਇਹ ਸਾਂਝ ਕਹਿ ਲੋ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਹੋਈ। ਗੁਰੂ ਕਿਰਪਾ ਕਰੇ ਕਿਤੇ ਸਾਨੂੰ ਵੀ ਸਮਝ ਆ ਜਾਏ, ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਗੈਰ ਕੁਛ ਨਹੀਂ, ਕੁਛ ਨਹੀਂ ਗੁਰੂ ਦੀ ਕਿਰਪਾ ਬਖਸ਼ਿਸ਼ ਤੋਂ ਬਗੈਰ, ਗੁਰੂ ਤੋਂ ਬਗੈਰ ਕਿਸੇ ਚ ਸਮਰੱਥਾ ਵੀ ਨਹੀਂ। ਹਜੂਰ ਜੀਆਂ ਦੇ ਬੜੇ ਪਿਆਰੇ ਬਚਨ, ਗੁਰ ਕੁੰਜੀ ਪਾਹ ਨਿਵਲ ਮਨ ਕੋਠਾ ਤਨ ਛਤ, ਨਾਨਕ ਗੁਰ ਬਿਨ ਮਨ ਕਾ ਤਾਕ ਨਾ ਉਗੜੈ, ਅਵਰ ਨਾ ਕੁੰਜੀ ਹੱਥ। ਆਸਾ ਕੀ ਵਾਰ ਚ ਆਪਾਂ ਬਚਨ ਪੜ੍ਹਦੇ ਆ ਨਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਕਿਰਪਾ ਕਰੇ ਕਿਤੇ ਸਮਝ ਆ ਜਾਏ, ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਨਹਿ ਅਸ ਥੰਮਣ। ਗੁਰੂ ਦਾ ਸ਼ਬਦ ਟਿਕਾ ਗੁਰੂ ਦੇ ਸ਼ਬਦ ਦੇ ਜ਼ਰੀਏ ਮਿਲਦਾ ਜੀ, ਗੁਰਬਾਣੀ ਦੇ ਜ਼ਰੀਏ ਟਿਕਾ ਮਿਲੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਕਿਤੇ ਇਸ ਨੁਕਤੇ ਦੀ, ਇਸ ਸਿਧਾਂਤ ਦੀ ਸਮਝ ਸਾਨੂੰ ਆ ਜਾਏ। ਗੁਰਬਾਣੀ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਾ ਉਲਝਦੇ ਰਹੀਏ, ਟੱਕਰਾਂ ਨਾ ਮਾਰਦੇ ਰਹੀਏ। ਗੁਰੂ ਬਖਸ਼ਿਸ਼ ਕਰੇ। ਖੈਰ, ਜੋਤੀ ਜੋਤ ਸਮਾਨੀ, ਹੁਣ ਆਤਮਾ ਵਾਹਿਗੁਰੂ ਪਰਮਾਤਮਾ ਨਾਲ ਇੱਕਮਿਕ ਹੋ ਗਈ ਹੈ। ਮੈਂ ਗੁਰ ਪ੍ਰਸਾਦੀ ਜਾਨੀ, ਇਹ ਸਮਝ, ਇਹ ਸਾਰੀ ਜਿਹੜੀ ਦਾਤ ਹੈ ਮਾਲਕ ਦੀ, ਗੁਰੂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਮੈਂ ਸਮਝ ਲਈ ਹੈ, ਇਸ ਤਬਦੀਲੀ ਦੀ ਸਮਝ ਆ ਗਈ ਹੈ। ਰਤਨ ਕਮਲ ਕੋਠਰੀ, ਕੋਠਰੀ ਦਾ ਅਰਥ ਹੈ ਕਮਰਾ, ਹਿਰਦਾ, ਹਿਰਦਾ ਰੂਪੀ, ਹਿਰਦਾ ਕਮਲ ਰੂਪੀ ਹਿਰਦਾ, ਜਿਹਦੇ ਵਿੱਚ ਰਤਨ ਸੀ। ਰਤਨ ਕੀ ਨੇ? ਰੱਬੀ ਗੁਣ। ਰਤਨ ਕੀ ਨੇ? ਵਾਹਿਗੁਰੂ ਪਰਮਾਤਮਾ ਦੀ ਜੋਤ। ਰਤਨ ਕਮਲ ਕੋਠਰੀ, ਚਮਕਾਰ ਵੀ ਜਲਤਹੀ। ਪਹਿਲਾਂ ਇੱਥੇ ਅੰਧੇਰਾ ਸੀ ਤੇ ਰਤਨ ਦੀ ਸਮਝ ਨਹੀਂ ਸੀ ਆਉਂਦੀ, ਸਮਝ ਹੀ ਨਹੀਂ ਸੀ ਆਉਂਦੀ ਕਿ ਇੱਥੇ ਰਤਨ ਹੈ ਕੀ। ਮੂੰਹੋਂ ਕੇ ਬੋਲਣ ਬੋਲੀ ਹੈ, ਜਿਤ ਸੁਣ ਧਰੇ ਪਿਆਰ। ਮੈਂ ਈਰਖਾ ਨਫ਼ਰਤ ਦੇ ਅਧੀਨ ਹੋ ਕੇ ਕ੍ਰੋਧ ਦੇ ਬੋਲ ਬੋਲਦਾ ਰਿਹਾ, ਬੁਰਾ ਹੀ ਬੋਲਦਾ ਰਿਹਾ ਮੈਂ ਸਦਾ। ਗੁਰੂ ਬਖਸ਼ਿਸ਼ ਕਰੇ, ਬੜੇ ਬੜੇ ਪਿਆਰੇ ਰਤਨ ਸੀ, ਪਰ ਅੰਧੇਰਾ ਸੀ। ਅੰਧੇਰੇ ਦੇ ਕਾਰਨ ਉਹ ਇਨਸਾਨੀਅਤ ਦੇ ਰਤਨ ਹੀ ਨਹੀਂ ਮੈਨੂੰ ਲੱਭੇ। ਅੱਜ ਰਤਨ ਕਮਲ ਕੋਠਰੀ, ਹਿਰਦੇ ਰੂਪੀ ਇਹ ਕੋਠੜੀ ਜਿਹੜੀ ਹੈ, ਇਹਦੇ ਵਿੱਚ ਰਤਨ ਪਏ ਨੇ। ਚਮਕਾਰ ਵੀ ਜਲਤਹੀ, ਉੱਥੇ ਗੁਰੂ ਦੇ ਸ਼ਬਦ ਦਾ ਜਦੋਂ ਪ੍ਰਕਾਸ਼ ਹੋਇਆ, ਮੈਨੂੰ ਸਾਰੇ ਗੁਣ ਜਿਹੜੇ ਸੀ ਉਹ ਦਿਖਾਈ ਦਿੱਤੇ, ਮਿਲ ਗਏ ਮੈਨੂੰ।
ਮੈਨੂੰ ਮਿਲ ਗਏ ਮਤ ਦੇ ਵਿੱਚੋਂ, ਬੁੱਧੀ ਦੇ ਵਿੱਚੋਂ, ਹਿਰਦੇ ਦੇ ਵਿੱਚੋਂ ਸਾਰੇ ਰੱਬੀ ਗੁਣ। ਨੇੜੇ ਨਾਹੀਂ ਦੂਰ, ਫਿਰ ਮੈਨੂੰ ਸਮਝ ਆ ਗਈ ਕਿ ਮੇਰਾ ਵਾਹਿਗੁਰੂ ਨਾਲ ਹੈ, ਮੇਰਾ ਸਤਿਗੁਰੂ ਨਾਲ ਹੈ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹ ਨਾਲ ਹੈ, ਨੇੜੇ ਨਾਹੀਂ ਦੂਰ। ਮੇਰਾ ਮਾਲਕ ਕਿਤੇ ਦੂਰ ਨਹੀਂ ਹੈ, ਮੇਰਾ ਮਾਲਕ ਮੇਰੇ ਤੋਂ ਪਰੇ ਨਹੀਂ ਹੈ। ਉਹ ਮੇਰੇ ਜ਼ਰੇ ਜ਼ਰੇ, ਮੇਰੇ ਕਣ ਕਣ, ਮੇਰੇ ਰੋਮ ਰੋਮ ਦੇ ਵਿੱਚ ਰਮਿਆ ਹੋਇਆ ਹੈ। ਤਾਂ ਇਹ ਰਮਈਆ ਕਹਿੰਦੇ ਆ ਨਾ, ਰੋਮ ਰੋਮ ਵਿੱਚ ਉਹ ਰਮਿਆ ਹੋਇਆ ਹੈ। ਉਹ ਮਾਲਕ ਮੇਰੇ ਤੋਂ ਦੂਰ ਨਹੀਂ ਹੈ। ਨਿਜ ਆਤਮੈ ਰਹਿਆ ਭਰਪੂਰ, ਉਹ ਮੇਰੇ ਹਿਰਦੇ ਰੂਪੀ ਘਰ ਦੇ ਵਿੱਚ ਪਰਿਪੂਰਨ ਹੈ, ਮੇਰੇ ਅੰਦਰ ਆਤਮਾ ਵਿੱਚ ਭਰਪੂਰ ਹੈ। ਮਾਲਕ ਮੈਥੋਂ ਦੂਰ ਨਹੀਂ ਹੈ। ਜਹ ਅਨਹਤ ਸੂਰ ਉਜਾਰਾ, ਅੱਜ ਹਿਰਦਾ ਉਹ ਥਾਂ ਬਣ ਗਈ ਹੈ ਜਿੱਥੇ ਪਤਾ ਹੀ ਨਹੀਂ ਕਿੰਨੇ ਕ ਸੂਰਜਾਂ ਦੇ ਪ੍ਰਕਾਸ਼ ਦੇ ਚਾਨਣ ਦੇ ਬਰਾਬਰ ਚਾਨਣ ਹੋ ਗਿਆ। ਇੱਕ ਰਸ ਚਾਨਣ ਹੈ। ਇਹ ਵੀ ਨਹੀਂ ਕਿ ਉੱਥੇ ਰਾਤ ਪੈਂਦੀ ਤੇ ਅੰਧੇਰਾ ਹੋ ਜਾਂਦਾ ਨਾ, ਇੱਕ ਰਸ ਚਾਨਣ। ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਹਰ ਵਕਤ ਮੇਰੇ ਹੁਣ ਹਿਰਦੇ ਰੂਪੀ ਘਰ ਵਿੱਚ ਚਾਨਣ ਹੀ ਚਾਨਣ ਹੈ। ਕਿਹੜੇ ਹਿਰਦੇ ਰੂਪੀ ਘਰ ਵਿੱਚ? ਜਿਸ ਹਿਰਦੇ ਰੂਪੀ ਘਰ ਵਿੱਚ ਤਹ ਦੀਪਕ ਜਲੈ ਸੰਸਾਰਾ, ਪਹਿਲਾਂ ਮੱਧਮ ਜਿਹਾ ਦੀਵਾ ਜਗਦਾ ਸੀ ਤੇ ਦਿਖਾਈ ਕੁਝ ਨਹੀਂ ਸੀ ਦਿੰਦਾ। ਦੀਵੇ ਦੀ ਰੋਸ਼ਨੀ ਮੱਧਮ ਹੋਵੇ ਨਾ, ਝੌਲਾ ਜਿਹਾ ਪੈਂਦਾ ਹੈ। ਜ਼ਿਆਦਾ ਰੋਸ਼ਨੀ ਨਾ ਹੋਵੇ, ਸਾਫ਼ ਰੋਸ਼ਨੀ ਨਾ ਹੋਵੇ ਨਾ, ਝੌਲਾ ਜਿਹਾ ਪੈਂਦਾ ਹੈ। ਤੇ ਕਈ ਵਾਰ ਦੀਵੇ ਦੀ ਰੋਸ਼ਨੀ ਦੇ ਵਿੱਚ ਦੀਵਾ ਹੱਥ 'ਚ ਫੜਿਆ ਹੁੰਦਾ ਨਾ, ਠੇਡਾ ਖਾ ਕੇ ਡਿੱਗ ਪੈਂਦਾ ਹੈ, ਝੌਲਾ ਪੈ ਜਾਂਦਾ ਹੈ, ਰਸਤਾ ਸਾਫ਼ ਦਿਖਾਈ ਨਹੀਂ ਦਿੰਦਾ। ਗੁਰੂ ਬਖਸ਼ਿਸ਼ ਕਰੇ, ਗੁਰੂ ਰਹਿਮਤ ਕਰੇ। ਭਗਤ ਨਾਮਦੇਵ ਜੀ ਕਹਿੰਦੇ ਅੱਜ ਗੁਰੂ ਦੇ ਸ਼ਬਦ ਨਾਲ ਇਹੋ ਜਿਹਾ ਪ੍ਰਕਾਸ਼ ਹੋ ਗਿਆ ਹੈ ਉਸ ਹਿਰਦੇ ਰੂਪੀ ਘਰ ਵਿੱਚ, ਜਿਹੜੇ ਹਿਰਦੇ ਰੂਪੀ ਘਰ ਦੇ ਵਿੱਚ ਪਹਿਲਾਂ ਤਹ ਦੀਪਕ ਜਲੈ ਸੰਸਾਰਾ, ਬੜਾ ਮੱਧਮ ਜਿਹਾ ਦੀਵਾ ਜਗਦਾ ਸੀ। ਦੀਵਾ ਜਗਦਾ ਸੀ ਪਰ ਰੋਸ਼ਨੀ ਬੜੀ ਮੱਧਮ ਮਿਲਦੀ ਸੀ। ਕਿਉਂ? ਮਾਧੋ ਅਵਿਦਿਆ ਹਿਤ ਕੀਨ, ਭਗਤ ਰਵਿਦਾਸ ਜੀ ਦਾ ਬਚਨ। ਭਗਤ ਰਵਿਦਾਸ ਜੀ ਕਹਿੰਦੇ ਨੇ ਅਗਿਆਨਤਾ ਦੇ ਨਾਲ ਜਦੋਂ ਪਿਆਰ ਪਾ ਲਿਆ, ਵਿਵੇਕ ਦੀਪ ਮਲੀਨ, ਦੀਪਕ ਜਿਹੜਾ ਗਿਆਨ ਦਾ ਸੀ ਉਹ ਜਗ ਤੇ ਜ਼ਰੂਰ ਰਿਹਾ ਏ, ਪਰ ਉਹਦੀ ਰੋਸ਼ਨੀ ਜਿਹੜੀ ਸੀ ਉਹ ਰੋਸ਼ਨੀ ਮੱਧਮ ਪੈ ਗਈ। ਉਹ ਲਾਲਟਨ ਜਗਦੀ ਹੋਵੇ, ਚਿਮਨੀ ਕਾਲੀ ਹੋਵੇ, ਆਪਾਂ ਸਮਝਦੇ ਹਾਂ ਕਿ ਰੋਸ਼ਨੀ ਕਿਹੜੇ ਰੂਪ ਵਿੱਚ ਸਾਨੂੰ ਮਿਲੇਗੀ। ਬਲਬ ਜਗ ਰਿਹਾ ਹੋਵੇ, ਕਾਲਾ ਕੱਪੜਾ ਉੱਪਰ ਪਾ ਦਈਏ, ਆਪਾਂ ਸਮਝ ਸਕਦੇ ਉਸ ਰੋਸ਼ਨੀ ਦਾ ਫਿਰ ਕਿਹੜਾ ਰੂਪ ਸਾਨੂੰ ਦਿਖਾਈ ਦੇਵੇਗਾ। ਇਸੇ ਤਰ੍ਹਾਂ ਜਿਹੜੇ ਹਿਰਦੇ ਰੂਪੀ ਘਰ ਵਿੱਚ ਬੜਾ ਮੱਧਮ ਜਿਹਾ ਦੀਵਾ ਜਗਦਾ ਸੀ ਨਾ, ਅੱਜ ਗੁਰੂ ਸ਼ਬਦ ਨਾਲ ਜਦੋਂ ਸਾਝ ਬਣਾ ਲਈ, ਗੁਰੂ ਸ਼ਬਦ ਦਾ ਪ੍ਰਕਾਸ਼ ਉਸ ਹਿਰਦੇ ਵਿੱਚ ਹੋ ਗਿਆ। ਅੱਜ ਆਗਮ ਤੇ ਨਿਗਮ ਦੀ ਸੋਝੀ ਆ ਗਈ। ਗੁਰੂ ਬਖਸ਼ਿਸ਼ ਕਰੇ। ਗੁਰ ਪ੍ਰਸਾਦੀ ਜਾਣਿਆ, ਗੁਰੂ ਦੀ ਕਿਰਪਾ ਦੇ ਨਾਲ ਸੱਚ ਨੂੰ ਜਾਣ ਲਿਆ, ਗੁਰੂ ਦੀ ਬਖਸ਼ਿਸ਼ ਦੇ ਨਾਲ ਜੀਵਨ ਦੀ ਹਕੀਕਤ ਨੂੰ ਜਾਣ ਲਿਆ ਏ। ਜਨ ਨਾਮਾ ਸਹਿਜ ਸਮਾਨਿਆ, ਜਦੋਂ ਗੁਰੂ ਦੀ ਕਿਰਪਾ ਦੇ ਨਾਲ ਸਮਝ ਆ ਗਈ ਨਾ, ਭਗਤ ਨਾਮਦੇਵ ਜੀ ਕਹਿੰਦੇ ਇਹ ਨਾਮਾ, ਇਹ ਜਨ ਅਡੋਲਤਾ 'ਚ ਟਿਕ ਗਿਆ ਏ ਤੇ ਗੁਰੂ ਸ਼ਬਦ ਦੇ ਜਰੀਏ ਵਾਹਿਗੁਰੂ ਪਰਮਾਤਮਾ ਨਾਲ ਇੱਕ ਮਿਕ ਹੋ ਗਿਆ, ਇੱਕ ਮਿਕ ਹੋ ਗਿਆ। ਸਮਾਨਿਆ, ਸਮਾ ਜਾਣਾ, ਇੱਕ ਮਿਕ ਹੋ ਜਾਣਾ। ਸਤਿਗੁਰੂ ਜੀ ਬਖਸ਼ਿਸ਼ ਕਰਨ ਕਿਤੇ ਸਾਡੇ ਜੀਵਨ ਦੀ ਹਕੀਕਤ ਇਹ ਬਣ ਜਾਵੇ ਤਾਂ ਕਿ ਜੀਵਨ ਦੀ ਰੋਹ ਰੀਤੀ ਗੁਰੂ ਆਸ਼ੂ ਅਨੁਸਾਰ ਹੋ ਜਾਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬਾਕੀ ਦੀਆਂ ਵਿਚਾਰਾਂ ਆਪਾਂ ਕੱਲ੍ਹ ਦੀ ਕਥਾ ਵਿੱਚ ਕਰਾਂਗੇ। ਕੱਲ੍ਹ ਨੂੰ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਹੈ। ਵਿਸ਼ੇਸ਼ ਤੌਰ 'ਤੇ ਆਪਾਂ ਕੱਲ੍ਹ ਨੂੰ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਜਿਹੜਾ ਗੁਰੂ ਸ਼ਬਦ ਹੈ ਉਹਦੀ ਵਿਚਾਰ ਦੀ ਸਾਂਝ ਪਾਵਾਂਗੇ। ਆਓ ਪਿਆਰ ਵਿੱਚ ਭਿੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।